ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਐਕਟਿੰਗ ਪ੍ਰਧਾਨ ਤੇ ਸਾਬਕਾ ਐਕਟਿੰਗ ਜਨਰਲ ਸੈਕਟਰੀ ਸੁਖਦੇਵ ਸਿੰਘ ਭੌਰ ਮੌਜੂਦ ਨੇ, ਜਿਨ੍ਹਾਂ ਨੂੰ ਤੁਸੀਂ ਬਾਖੂਬੀ ਜਾਣਦੇ ਹੋ। ਮਸਲਾ ਇਹ ਹੈ ਕਿ ਆਖਿਰਕਾਰ ਸਿੱਖ ਸਿਆਸਤ ਪਛੜਦੀ ਕਿਉਂ ਨਜ਼ਰ ਆ ਰਹੀ ਹੈ, ਕਿਉਂ ਹੁਣ ਤੱਕ ਉਹ ਮੁਕਾਮ ਜਾਂ ਫਿਰ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਉਹ ਲਗਾਤਾਰ ਲਟਕਦੀਆਂ ਆਉਂਦੀਆਂ ਨੇ। ਪੰਜਾਬ ਵਿੱਚ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ, ਭਾਵੇਂ ਉਹ ਧਾਰਮਿਕ ਸਫਾ ਦੇ ਵਿੱਚ ਹੋਵੇ ਜਾਂ ਸਿਆਸੀ ਸਫਾ ਦੇ ਵਿੱਚ ਹੋਵੇ। ਉਸ ਮੁਕਾਮ ਤੱਕ ਪਹੁੰਚਣ ਦੇ ਲਈ ਲਗਾਤਾਰ ਸਿੱਖ ਸਿਆਸਤ ਜਾਂ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਅਕਾਲੀ ਦਲ ਨਾਲ ਜੁੜੀਆਂ। ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਹਸ਼ਰ ਪਿਛਲੇ ਕੁਝ ਸਮੇਂ ਤੋਂ ਹੋਇਆ, ਉਹਦੇ ਤੋਂ ਸਿੱਖ ਸਫਾ ਦੇ ਵਿੱਚ ਇੱਕ ਵੱਡੀ ਨਾਰਾਜ਼ਗੀ ਵੀ ਹੈ। ਪਰ ਹੁਣ ਤੱਕਿਆ ਇਹ ਜਾ ਰਿਹਾ ਕਿ ਆਖਿਰਕਾਰ ਕਿਹੜੇ ਧੜੇ ਨਾਲ ਜੁੜਿਆ ਜਾਵੇ ਜਿਹਦੇ ਨਾਲ ਇੱਕ ਵਾਰ ਫਿਰ ਤੋਂ ਸਿੱਖ ਸਿਆਸਤ ਨੂੰ ਹੁਲਾਰਾ ਮਿਲੇ। ਜਿਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਭੌਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪੰਜਾਬਿਸਤਾਨ ਟੀਵੀ ਤੇ। ਬਹੁਤ ਮਿਹਰਬਾਨੀ ਜੀ, ਧੰਨਵਾਦ। ਭੌਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਕੀ ਕਾਰਨ ਮੰਨਦੇ ਹੋ ਕਿ ਸਿੱਖ ਸਿਆਸਤ ਜਿਹੜੀ ਹੈ ਉਹ ਲਗਾਤਾਰ ਪਛੜਦੀ ਜਾ ਰਹੀ ਹੈ ਪਿਛਲੇ ਕੁਝ ਦਹਾਕਿਆਂ ਤੋਂ? ਮੈਂ ਤਾਂ ਇਹ ਮਹਿਸੂਸ ਕਰਦਾ ਜੀ ਬਈ ਸਿੱਖ ਚਿਹਰੇ ਸਿਆਸਤ ਕਰ ਰਹੇ ਨੇ, ਪਰੰਤੂ ਸਿੱਖ ਸਿਆਸਤ ਕਿਤੇ ਹੈ ਹੀ ਨਹੀਂ ਜੀ। ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਵਿੱਚ ਕੁਝ ਸਿੱਖ ਚਿਹਰੇ ਕੰਮ ਕਰ ਰਹੇ, ਉਹ ਕੁਝ ਅਕਾਲੀ ਦਲਾਂ ਵਿੱਚ ਕਰ ਰਹੇ ਆ, ਕੁਝ ਹੋਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਕਰ ਰਹੇ ਆ। ਜਿੱਥੋਂ ਤੱਕ ਸਿੱਖ ਸਿਆਸਤ ਦਾ ਮਸਲਾ ਹੈ, ਸਿੱਖ ਸਿਆਸਤ ਕਾਫੀ ਲੰਬੇ ਸਮੇਂ ਤੋਂ ਅਲੋਪ ਹੈ। ਸਿੱਖ ਸਿਆਸਤ ਤੋਂ ਭਾਵ ਇਹ ਹੁੰਦਾ ਹੈ ਵੀ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਨੀ, ਔਰ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਜੇ ਤੁਹਾਨੂੰ ਕੋਈ ਵੱਡੇ ਤੋਂ ਵੱਡਾ ਅਹੁਦਾ ਰੁਤਬਾ ਵੀ ਛੱਡਣਾ ਪੈ ਜਾਏ ਤੇ ਉਹਨੂੰ ਤੁਸੀਂ ਸਿੱਖ ਹਿੱਤਾਂ ਤੋਂ ਕੁਰਬਾਨ ਕਰਨ ਦੀ ਹਿੰਮਤ ਰੱਖਦੇ ਹੋ। ਇਹ ਨਹੀਂ ਹੁੰਦਾ ਵੀ ਤੁਸੀਂ ਆਪਣੀ ਰਾਜਨੀਤਿਕ ਗੋਟੀਆਂ ਫਿੱਟ ਕਰਨ ਦੇ ਲਈ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰੋ ਜਾਂ ਪੰਥ ਦੇ ਕਿਸੇ ਖਾਸ ਹਿੱਸੇ ਨੂੰ ਤੁਸੀਂ ਆਪਣੀਆਂ ਵੋਟਾਂ ਇਕੱਠੀਆਂ ਕਰਨ ਦੇ ਲਈ ਵਰਤੋਂ ਵਿੱਚ ਲੈ ਆਓ। ਇਹ ਜੋ ਪਿਛਲੇ ਸਮੇਂ ਵਿੱਚ ਇਹ ਵਰਤਾਰੇ ਵਰਤ ਰਹੇ ਹੈ, ਇਹੀ ਕਾਰਨ ਹੈ ਕਿ ਸਿੱਖ ਹਿੱਤਾਂ ਦੀ ਅਣਦੇਖੀ ਹੋ ਰਹੀ ਹੈ ਔਰ ਸਿੱਖ ਸੰਸਥਾਵਾਂ ਦੀ ਡੈਨੀਗ੍ਰੇਸ਼ਨ ਹੋ ਰਹੀ ਹੈ। ਜਣਾ ਖਣਾ ਉੱਠ ਕੇ ਸਿੱਖ ਸਿਧਾਂਤ ਨੂੰ ਚੁਣੌਤੀ ਕਰ ਰਿਹਾ। ਜਿਹੜੇ ਆਪਣੇ ਆਪ ਨੂੰ ਸੋ ਕਾਲਡ ਸਿੱਖ ਰਾਜਨੀਤੀ ਦੇ ਧੁਰੰਦਰ ਕਹਿੰਦੇ ਆ, ਉਹਨਾਂ ਦੇ ਮੂੰਹ ਨੂੰ ਤਾਲੇ ਲੱਗੇ ਆ ਜਿਹੜੇ ਉਹ ਖੁੱਲ੍ਹਦੇ ਹੀ ਨਹੀਂ। ਨਾ ਕਿਸੇ ਤਖਤ ਦਾ ਜਥੇਦਾਰ ਬੋਲਦਾ, ਨਾ ਕਿਸੇ ਅਕਾਲੀ ਦਲ ਦਾ ਪ੍ਰਧਾਨ ਬੋਲਦਾ, ਤੇ ਨਾ ਸ਼੍ਰੋਮਣੀ ਕਮੇਟੀ ਵੀ ਕਈ ਵਾਰੀ ਪਾਸਾ ਵੱਟ ਕੇ ਲੰਘ ਜਾਂਦੀ ਹੈ। ਤੇ ਜਦੋਂ ਤੱਕ ਸਿੱਖ ਹਿੱਤਾਂ ਦੀ ਪਹਿਰੇਦਾਰੀ ਖਤਮ ਹੋ ਗਈ, ਪਹਿਰੇਦਾਰੀ ਕੀ, ਜਦੋਂ ਖਾਲਸਾ ਜੀ ਕੇ ਬੋਲਬਾਲੇ ਵਾਲੇ ਪਾਸੇ ਕਦਮ ਹੀ ਨਹੀਂ ਵੱਧ ਰਹੇ ਤੇ ਫਿਰ ਉਹਨੂੰ ਸਿੱਖ ਸਿਆਸਤ ਨਹੀਂ ਕਹਿ ਸਕਦੇ। ਸਿੱਖ ਚਿਹਰਿਆਂ ਵੱਲੋਂ ਕੁਰਸੀਆਂ ਦੀ ਪ੍ਰਾਪਤੀ ਲਈ ਨੱਠ ਭੱਜ ਜਿਹੜੀ ਹੋ ਰਹੀ ਆ, ਉਹ ਅਲੱਗ ਚੀਜ਼ ਹੈ। ਬਿਲਕੁਲ ਬਿਲਕੁਲ। ਔਰ ਇਹਨੂੰ ਕਿਸ ਹੱਦ ਤੱਕ ਮੰਨੀਏ ਕਿ ਜਦੋਂ ਕਿਸੇ ਨਾ ਕਿਸੇ ਸਿੱਖ ਚਿਹਰੇ ਨੂੰ ਜਾਂ ਉਸਨੂੰ ਆਪਣੀ ਸਿਆਸਤ ਨੂੰ ਚਮਕਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਭੱਜ ਕੇ ਜਿਹੜਾ ਕਿਸੇ ਹੋਰ ਪਾਰਟੀ ਵੱਲ ਰੁਖ ਕਰ ਲੈਂਦਾ, ਭਾਵੇਂ ਉਹ ਅਕਾਲੀ ਦਲ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਅਕਾਲੀ ਸਾਬਤ ਕਰਦਾ ਜਾਂ ਫਿਰ ਦੂਜੀਆਂ ਧਿਰਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਦੇ ਵੱਲੋਂ ਚਾਰਾਜੋਈ ਕੀਤੀ ਜਾਂਦੀ ਹੈ ਕਿ ਮੈਨੂੰ ਕੋਈ ਨਾ ਕੋਈ ਕੁਰਸੀ ਮਿਲ ਜੇ। ਦੇਖੋ, ਇਹ ਸਾਡੀ ਪੰਜਾਬ ਦੀ ਮਿੱਟੀ ਵਿੱਚ ਹੀ ਹੈ। ਇਹ ਮਿੱਟੀ ਦਾ ਗੁਣ ਹੈ ਪੰਜਾਬ ਦੀ ਮਿੱਟੀ ਦਾ, ਵੀ ਇੱਥੋਂ ਨਾ ਧਰਮ ਖਤਮ ਹੋ ਸਕਦਾ, ਨਾ ਪੰਥ ਖਤਮ ਹੋ ਸਕਦਾ, ਨਾ ਸਿੱਖੀ ਖਤਮ ਹੋ ਸਕਦੀ। ਕੁਝ ਲੋਕ ਜਿਹੜੇ ਮੁੱਦਾਹੀਨ ਲੋਕ ਹੁੰਦੇ ਨੇ ਨਾ, ਵਕਤ ਵਾ ਵਕਤ ਉਹ ਕੌਮੀ ਭਾਵਨਾਵਾਂ ਨੂੰ ਕੈਸ਼ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਮੁੱਦੇ ਉਭਾਰਦੇ ਆ ਤੇ ਉਹ ਜਦੋਂ ਵੋਟਾਂ ਲੈ ਲੈਂਦੇ ਆ ਫਿਰ ਗੱਲ ਖਤਮ ਹੋ ਜਾਂਦੀ ਹੈ। ਉਹ ਮੁੱਦੇ ਉੱਥੇ ਦੇ ਉੱਥੇ ਹੀ ਫਿਰ ਰਹਿ ਜਾਂਦੇ ਆ। ਤੇ ਇਹੀ ਕਾਰਨ ਹੈ ਕਿ ਵਕਤ ਵਾ ਵਕਤ ਜਿਹੜੇ ਕੁਝ ਵਕਤੀ ਮੁੱਦੇ ਉਭਾਰੇ ਜਾਂਦੇ ਆ। ਹੁਣ ਮੈਂ ਪਿਛਲੇ ਸਮੇਂ ਦੀਆਂ ਉਦਾਹਰਨਾਂ ਦੇ ਸਕਦਾ ਕਈ। ਦੇਖੋ, 84 ਦੇ ਵਿੱਚ ਹਰਿਮੰਦਰ ਸਾਹਿਬ ਦੇ ਉੱਤੇ ਬਹੁਤ ਵੱਡਾ ਕਹਿਰੀ ਹਮਲਾ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਾਹ ਦਿੱਤਾ ਗਿਆ। ਪਰ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਇਨਸਾਫ ਲੈਣ ਦੀ ਬਣਦੀ ਸੀ ਨਾ, ਉਹਨਾਂ ਨੇ ਇਸ ਮੁੱਦੇ ਨੂੰ ਵੋਟਾਂ ਦੇ ਲਈ 34-35 ਸਾਲ ਕੈਸ਼ ਕੀਤਾ, ਪਰੰਤੂ ਇਨਸਾਫ ਲੈਣ ਦੇ ਲਈ ਡੱਕਾ ਦੋਹਰਾ ਨਹੀਂ ਕੀਤਾ। ਅੱਛਾ, ਦੂਜੇ ਪਾਸੇ ਹੁਣ ਬਰਗਾੜੀ ਦੇ ਵਿੱਚ ਜੋ ਭਾਣਾ ਵਰਤਿਆ 15 ਦੇ ਵਿੱਚ, ਬਰਗਾੜੀ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਿਸੇ ਹੋਰ ਰਾਜ ਵਿੱਚ ਹੋਈ ਹੁੰਦੀ ਤਾਂ ਸਿੱਖ ਬਰਦਾਸ਼ਤ ਕਰ ਲੈਂਦੇ।
ਜਿਹੜੇ ਸਿੱਖ ਸਿਆਸਤ ਦੇ ਆਪਣੇ ਆਪ ਨੂੰ ਧੁਰੰਦਰ ਕਹਾਉਂਦੇ ਆ, ਉਹਨਾਂ ਦੇ ਸਮੇਂ ਵਿੱਚ ਸਾਰਾ ਕੁਝ ਹੋਇਆ। ਕੰਧਾਂ ਤੇ ਇਸ਼ਤਿਹਾਰ ਲੱਗੇ, ਸਰੂਪ ਚੋਰੀ ਹੋਏ, ਗਲੀਆਂ ਵਿੱਚ ਖਿਲਰੇ। ਉਸੇ ਸਰਕਾਰ ਦੀ ਪੁਲਿਸ ਨੇ, ਅਣਪਛਾਤੀ ਪੁਲਿਸ ਨੇ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ, ਕੁਝ ਨੂੰ ਜ਼ਖਮੀ ਕਰ ਦਿੱਤਾ, ਤੇ ਸਿੱਟ ਦੀ ਖੇਡ ਹੋ ਰਹੀ ਹੈ। ਅੱਜ ਤੱਕ ਵੀ ਇਨਸਾਫ ਨਹੀਂ ਮਿਲਿਆ। ਇਹਦੇ ਵਿੱਚ ਜਿਹੜੀ ਸਿੱਖ ਸਾਈਕੀ ਹੈ ਨਾ, ਸਿੱਖ ਸਾਈਕੀ ਨਾ ਕਿਸੇ ਅਦਾਲਤ ਦੇ ਫੈਸਲੇ ਦੀ ਮੁਹਤਾਜ ਹੈ, ਨਾ ਕਿਸੇ ਲੀਡਰ ਦੀ ਕੀਤੀ ਹੋਈ ਕਿਸੇ ਕਾਰਵਾਈ ਦੀ ਮੁਹਤਾਜ ਹੈ। ਇਹਨੂੰ ਚਾਹੇ ਅਦਾਲਤਾਂ ਇਨਸਾਫ ਦੇਣ ਨਾ ਦੇਣ, ਚਾਹੇ ਕੋਈ ਲੀਡਰ ਇਨਸਾਫ ਦੇਵੇ ਨਾ ਦੇਵੇ, ਇਹਨਾਂ ਦੇ ਚੇਤਿਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਪੰਥ ਵਿਰੋਧੀ ਹੁੰਦੀਆਂ ਨੇ, ਉਹਨਾਂ ਦੇ ਦੋਸ਼ੀ ਆਪਣੇ ਆਪ ਹੀ ਨਿਰਧਾਰਤ ਹੋ ਜਾਂਦੇ ਨੇ। ਉਹ ਚਾਹੇ 84 ਦਾ ਇਨਸਾਫ ਮਿਲਿਆ ਨਹੀਂ ਮਿਲਿਆ, ਅਦਾਲਤਾਂ ਨੇ ਦਿੱਤਾ ਨਹੀਂ ਦਿੱਤਾ, ਕੌਣ ਕਸੂਰਵਾਰ ਹੈ ਕੌਣ ਜ਼ਿੰਮੇਵਾਰ ਹੈ, ਇਹਨੂੰ ਛੱਡ ਵੀ ਦਈਏ, ਪਰੰਤੂ 84 ਦੇ ਜਿਹੜੇ ਦੋਸ਼ੀ ਨੇ ਉਹ ਸਿੱਖ ਮਾਨਸਿਕਤਾ ਦੇ ਵਿੱਚ ਅੱਜ ਵੀ ਉਕਰੇ ਹੋਏ ਨੇ, ਤੇ ਉਹ ਕਦੇ ਵੀ ਭੁੱਲਣਗੇ। ਤੇ ਇਸੇ ਤਰ੍ਹਾਂ ਬਰਗਾੜੀ ਦੇ ਜਿਹੜੇ ਦੋਸ਼ੀ ਨੇ, ਜਿਨ੍ਹਾਂ ਲੋਕਾਂ ਦੀ ਅਣਗਹਿਲੀ ਕਰਕੇ ਕੌਮ ਦਾ ਹਿਰਦਾ ਦੁਖੀ ਹੋਇਆ, ਉਹ ਵੀ ਚਿਹਰੇ ਜਿਹੜੇ ਨੇ ਸਿੱਖ ਮਾਨਸਿਕਤਾ ਦੇ ਵਿੱਚ ਉਸੇ ਤਰ੍ਹਾਂ ਸਾਂਭੇ ਪਏ ਨੇ, ਤੇ ਸਦੀਆਂ ਤੱਕ ਸਾਂਭੇ ਰਹਿਣਗੇ। ਨਾ ਸਿੱਖਾਂ ਨੂੰ ਬਰਗਾੜੀ ਭੁੱਲੇਗੀ, ਨਾ ਸਿੱਖਾਂ ਨੂੰ 84 ਭੁੱਲੇਗੀ। ਜਦੋਂ ਕੋਈ ਐਸੀ ਗੱਲ ਹੋਏਗੀ, ਉਹ ਉਹਨਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਉਹਨਾਂ ਦੇ ਸਾਹਮਣੇ ਆਉਣਗੇ, ਔਰ ਉਹਨਾਂ ਦਾ ਬਣਦਾ ਜੋ ਹਿਸਾਬ ਕਿਤਾਬ ਹੈ ਕੌਮ ਕਰਦੀ ਰਹੇ। ਜੀ, ਔਰ ਇੱਕ ਬੜੀ ਵੱਡੀ ਤਰਾਸਦੀ ਹੈ ਸਿੱਖ ਕੌਮ ਦੀ ਕਿ ਜਦੋਂ ਇਨਸਾਫ ਦੀ ਗੱਲ ਹੁੰਦੀ ਹੈ, ਜਦੋਂ ਮੋਰਚੇ ਲੱਗਦੇ ਨੇ, ਭਾਵੇਂ ਉਹ ਬਰਗਾੜੀ ਵਾਲੇ ਮੋਰਚੇ ਦੀ ਗੱਲ ਕਰ ਲਈਏ, ਜਿਹੜੇ ਸਿੱਧੇ ਤੌਰ ਦੇ ਉੱਤੇ ਸਿਆਸਤ ਤਾਂ ਨਹੀਂ ਕਰਦੇ ਸਿੱਖ ਚਿਹਰੇ, ਪਰ ਇੱਕ ਤਰੀਕੇ ਨਾਲ ਜਦੋਂ ਉਹਨਾਂ ਦੇ ਫੈਸਲੇ ਇਹੋ ਜਿਹੇ ਸਾਹਮਣੇ ਹੁੰਦੇ ਨੇ, ਉਸ ਦੇ ਵਿੱਚੋਂ ਸਿਆਸਤ ਦੀ ਬੂ ਆਉਂਦੀ ਹੈ ਕਿ ਕਿਤੇ ਨਾ ਕਿਤੇ ਸਿਆਸਤ ਕੀਤੀ ਗਈ ਹੈ, ਜਾਂ ਸਿਆਸੀ ਆਗੂਆਂ ਦੇ ਨਾਲ ਮਿਲ ਕੇ ਲੋਕਾਂ ਦੇ ਜਿਹੜੀ ਭਾਵਨਾਵਾਂ ਆ ਉਹਨੂੰ ਕੈਸ਼ ਕੀਤਾ ਗਿਆ, ਉਹਨਾਂ ਨਾਲ ਖਿਲਵਾੜ ਕੀਤੀ ਗਈ। ਤੁਸੀਂ ਦੇਖਿਆ ਕਿ ਦਾਦੂਵਾਲ ਸਾਹਿਬ ਜਾਂ ਮੰਡ ਸਾਹਿਬ ਜਾਂ ਹੋਰ ਜਿੰਨੀਆਂ ਵੀ ਸਿੱਖ ਧਿਰਾਂ ਇਹ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਜਦੋਂ ਵੀ ਮੋਰਚੇ ਲਾਏ ਜਾਂ ਜਦੋਂ ਵੀ ਇਨਸਾਫ ਦੀ ਮੰਗ ਕੀਤੀ ਹੈ, ਤਾਂ ਬਾਅਦ ਦੇ ਸਿਆਸਤ ਇਹਨਾਂ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ, ਜਾਂ ਫਿਰ ਇਹੀ ਸਿਆਸਤ ਨਾਲ ਰਲ ਕੇ ਇਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਲੋਕ ਇਹ ਮਹਿਸੂਸ ਕਰਦੇ ਹੁਣ ਭਰੋਸੇਯੋਗਤਾ ਜੀ ਨਹੀਂ ਹੁੰਦੀ ਇਹਨਾਂ ਦੇ ਉੱਤੇ, ਭਾਵੇਂ ਅੱਜ ਆ ਕੇ ਵੀ ਕਹਿ ਦੇਣ ਕਿ ਅਸੀਂ ਮੋਰਚਾ ਫੇਰ ਸ਼ੁਰੂ ਕਰਦੇ ਆ। ਜੇ ਕਿਤੇ ਲਗਾਤਾਰ ਮੋਰਚਾ ਲੱਗਿਆ ਰਹਿੰਦਾ ਤਾਂ ਲੋਕ ਕਹਿੰਦੇ ਕਿ ਇਨਸਾਫ ਮਿਲ ਜਾਣਾ ਸੀ। ਦੇਖੋ, ਜਦੋਂ ਤੱਕ ਸਿੱਖ ਹਿੱਤਾਂ ਦੀ ਪਹਿਰੇਦਾਰੀ ਰਾਜਨੀਤੀ ਵਿੱਚ ਵਿਚਰਨ ਵਾਲੇ ਲੋਕ ਕਰਦੇ ਰਹੇ ਹਨ, ਉਸ ਵੇਲੇ ਮੋਰਚੇ ਧੜੇ ਨਹੀਂ ਲਾਉਂਦੇ ਰਹੇ, ਅਕਾਲ ਤਖਤ ਤੋਂ ਲੱਗਦੇ ਰਹੇ। ਬਿਲਕੁਲ, ਸਾਰੇ ਧੜੇ ਇਕੱਠੇ ਹੋ ਕੇ ਅਕਾਲ ਤਖਤ ਦੇ ਉੱਤੇ ਕੋਈ ਆਪਣੀ ਵਰਕਿੰਗ ਕਮੇਟੀ ਬਣਾਉਂਦੇ, ਕੋਈ ਐਕਸ਼ਨ ਪਲਾਨ ਤੈਅ ਕਰਦੇ, ਉਹਦੇ ਮੁਤਾਬਕ ਅਕਾਲ ਤਖਤ ਸਾਹਿਬ ਤੋਂ ਮੋਰਚੇ ਲੱਗਦੇ ਰਹੇ, ਔਰ ਸਮੁੱਚਾ ਪੰਥ ਉਹਦੀ ਪਿੱਠ ਪਿੱਛੇ ਖੜ ਕੇ ਜਿੱਤ ਦੇ ਝੰਡੇ ਬੁਲੰਦ ਕਰਦਾ ਰਿਹਾ। ਇਹ ਜਿਹੜੀਆਂ ਗੱਲਾਂ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ, ਇਹ ਕੋਈ ਬੰਦਾ ਉਸ ਧੜੇ ਨਾਲ ਸਹਿਮਤ ਹੈ, ਕੋਈ ਕਿਸੇ ਨਾਲ ਸਹਿਮਤ ਨਹੀਂ। ਇਹ ਧੜਿਆਂ ਦੀ, ਜਾਂ ਤਾਂ ਇਹ ਕਹਿ ਲਈਏ ਵੀ ਧੜਿਆਂ ਨੇ ਆਪਣੀ ਫੈਸਿਲਿਟੇਸ਼ਨ ਦੇ ਮੁਤਾਬਕ ਸਾਰਾ ਕੁਝ ਕਰ ਲਿਆ। ਸਵਾਲ ਇੱਥੇ ਇਹ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਲਈ ਸਰਵਉੱਤਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਖਾਤਰ ਗੁਰੂ ਕੇ ਸਿੱਖਾਂ ਨੇ ਤਨ ਚਰਵਾਏ, ਔਰ ਇੱਥੇ ਤੱਕ ਵੀ ਹੈ, ਆਪਾਂ 10ਵੇਂ ਪਾਤਸ਼ਾਹ ਨੂੰ ਪੁੱਤਰਾਂ ਦੇ ਦਾਨੀ ਕਹਿੰਦੇ, ਉਹਨਾਂ ਨੇ ਪੰਥ ਦੇ ਉੱਤੋਂ ਆਪਣੇ ਪੁੱਤਰ ਵਾਰੇ, ਪਰ 7ਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਉੱਤੋਂ ਆਪਣਾ ਪੁੱਤਰ ਵਾਰ ਦਿੱਤਾ ਸੀ। ਜਦੋਂ ਉਹਨੇ ਗੁਰਬਾਣੀ ਦੀ ਇੱਕ ਤੁਕ ਗਲਤ ਪੜ੍ਹੀ, ਉਹਨੇ ਕਿਹਾ ਜਾ ਤੇਰਾ ਮੇਰਾ ਕੋਈ ਨਾਤਾ ਨਹੀਂ, ਤੂੰ ਗੁਰੂ ਕੀ ਬਾਣੀ ਦੇ ਵਿੱਚ ਅਮਾਨਤ ਵਿੱਚ ਖਿਆਨਤ ਕਰਕੇ। ਅੱਛਾ, ਹੁਣ ਸਵਾਲ ਇੱਥੇ ਕੀ ਹੈ? ਏਡੀ ਵੱਡੀ ਘਟਨਾ ਹੋ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਕੰਧਾਂ ਤੇ ਇਸ਼ਤਿਹਾਰ ਲੱਗੇ, ਸਰੂਪ ਚੋਰੀ ਹੋਏ, ਇਹ 7-8 ਮਹੀਨੇ ਦਾ ਪ੍ਰੋਸੈਸ ਚੱਲਦਾ ਰਿਹਾ। 1 ਜੂਨ ਤੋਂ ਲੈ ਕੇ 24 ਸਤੰਬਰ ਤੱਕ, 24 ਸਤੰਬਰ ਨੂੰ ਮਾਫੀ ਦਿੰਦੇ ਆ, ਤੇ ਪਹਿਲਾਂ 25 ਸਤੰਬਰ ਨੂੰ ਉਹਦੇ ਇਸ਼ਤਿਹਾਰ ਲੱਗਦੇ ਆ, ਇਹ ਸਾਰਾ ਕੁਝ ਹੁੰਦਾ ਰਿਹਾ। ਇਹ ਸਾਰੇ ਵਰਤਾਰੇ ਦੇ ਵਿੱਚੋਂ ਜਥੇਦਾਰ ਅਕਾਲ ਤਖਤ ਕਿਉਂ ਗਾਇਬ ਹੈ? ਬਿਲਕੁਲ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਗਾਇਬ ਹੈ? ਅਕਾਲੀ ਦਲ ਦਾ ਪ੍ਰਧਾਨ ਕਿਉਂ ਗਾਇਬ ਹੈ? ਕਿਉਂ ਉਹਨਾਂ ਨੇ ਇੱਕ ਲਫ਼ਜ਼ ਵੀ ਇਹਦੇ ਬਾਰੇ ਨਹੀਂ ਬੋਲਿਆ ਬਈ ਜੇ ਸਰੂਪ ਚੋਰੀ ਹੋਏ ਆ, ਅਸੀਂ, ਜੇ ਸਾਡੀ ਸਰਕਾਰ ਹੈ, ਅਸੀਂ ਤਾਂ ਪਤਾਲ ਵਿੱਚੋਂ ਵੀ ਕੱਢ ਲਿਆਵਾਂਗੇ ਦੋਸ਼ੀ। ਜੇ ਨਹੀਂ ਉਹ ਕੱਢ ਸਕਦੇ ਸੀ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਮੋਰਚਾ ਲਾਉਣਾ ਚਾਹੀਦਾ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੋਰਚਾ ਲਾਉਣਾ ਚਾਹੀਦਾ ਸੀ। ਜੇ ਨਹੀਂ ਲੱਗਾ ਤੇ ਇਹਦਾ ਮਤਲਬ ਇਹ ਆ ਵੀ ਇਹ ਪੰਥਕ ਰਾਜਨੀਤੀ ਨਹੀਂ ਹੋ ਰਹੀ, ਇਹ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੀ ਰਾਜਨੀਤੀ ਹੈ। ਔਰ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਸਕਦਾ ਵੀ ਉੱਥੇ 2 ਸਿੰਘ ਸ਼ਹੀਦ ਹੋ ਗਏ। ਕੋਈ ਅਕਾਲੀ ਦਲ ਦਾ ਪ੍ਰਧਾਨ ਲੰਬਾ ਸਮਾਂ ਆਪਣੀ ਸਰਕਾਰ ਰਹਿਣ ਦੇ ਬਾਵਜੂਦ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਤੇ
ਹਮਦਰਦੀ ਦਾ ਪਿੱਠ ਪਰ ਉਹਨਾਂ ਦੇ ਹੱਥ ਕਿਉਂ ਨਹੀਂ ਰੱਖਣ ਗਿਆ? ਹੈ ਜੀ, ਕੋਈ ਅਕਾਲ ਤਖਤ ਦਾ ਜਥੇਦਾਰ ਕਿਉਂ ਨਹੀਂ ਗਿਆ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਗਿਆ? ਇਹ ਸਵਾਲ ਹੈ ਜਿਹੜੇ ਲੋਕਾਂ ਦੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਮੁੱਕਣੇ। ਜਿਹੜੇ ਅੱਜ ਕਹਿੰਦੇ ਨਾ ਸਾਡੇ ਖਿਲਾਫ ਸਬੂਤ ਦੱਸੋ, ਸਬੂਤ ਕੀ ਦੱਸਣੇ ਆ? ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੰਨੇ ਜਗ੍ਹਾ ਤੇ ਹੋਈ, ਦੱਸੋ ਕਿਹੜੀ ਜਗ੍ਹਾ ਤੇ ਤੁਸੀਂ ਪਹੁੰਚੇ? ਬਿਲਕੁਲ। ਤੇ ਜੇ ਤੁਹਾਡਾ ਤੁਸੀਂ ਮਾੜੀ ਜਿਹੀ ਕੋਈ ਕਿਸੇ ਸਿਆਣੀ ਬਜ਼ੁਰਗ ਮਾਤਾ ਚੜ੍ਹਾਈ ਕਰ ਜਾਏ, ਸਾਰੀ ਦੀ ਸਾਰੀ ਬਾਜ਼ਾਰ 'ਚ ਜਾ ਕੇ ਬਹਿ ਜਾਂਦੀ ਹੈ। ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਕੰਧਾਂ 'ਚ ਇਸ਼ਤਿਹਾਰ ਲੱਗੇ, ਗਲੀਆਂ 'ਚ ਮਹਾਰਾਜ ਦੇ ਸਰੂਪ ਖਿਲਾਰੇ ਗਏ, ਉੱਥੇ ਤੁਹਾਡੀ ਕੀ ਮਜਬੂਰੀ ਸੀ, ਕਿਉਂ ਨਹੀਂ ਗਏ? ਔਰ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਦਾ, 18 ਅਕਤੂਬਰ 2015 ਨੂੰ ਇੱਕ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਫਤਿਹਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਮੁਲਾਕਾਤ ਜਿਹੜੀ ਹੈ ਉਹ ਮੇਰੀ ਸੁਖਬੀਰ ਨਾਲ ਚੰਦੂ ਮਾਜਰਾ ਸਾਹਿਬ ਨੇ ਕਰਵਾਈ। ਉਹਦੇ ਵਿੱਚ ਪੰਜੋੜੀ ਸਾਹਿਬ ਵੀ ਸੀਗੇ। ਅਸੀਂ ਸਾਰੀਆਂ ਗੱਲਾਂ ਕੀਤੀਆਂ ਤੇ ਮੈਂ ਸਖਤ ਇਤਰਾਜ਼, ਮੈਨੂੰ ਕਹਿੰਦੇ ਤੇਰਾ ਕੀ ਇਤਰਾਜ਼ ਹੈ ਜਿਹੜਾ ਉਹਨੂੰ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਹੈ? ਮੈਂ ਕਿਹਾ ਇਹ ਇਤਰਾਜ਼ ਇਹ ਆ ਵੀ ਤੁਸੀਂ ਅਕਾਲ ਤਖਤ ਨੂੰ ਇੱਕ ਬਲਾਤਕਾਰੀ ਦੇ ਮੂਹਰੇ ਝੁਕਾ ਦਿੱਤਾ, ਪੰਥ ਦੇ ਦੋਖੀ ਦੇ ਸਾਹਮਣੇ ਅਕਾਲ ਤਖਤ ਨੂੰ ਝੁਕਾਇਆ। ਉਹ ਪੰਥ ਦਾ ਦੋਖੀ ਜਿਹੜਾ ਉਹ ਵਿਧੀਵਤ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਆਉਂਦਾ, ਅਕਾਲ ਤਖਤ ਸਾਹਿਬ ਜੋ ਮਰਜ਼ੀ ਕਾਰਵਾਈ ਕਰ, ਤੁਸੀਂ ਉਹ ਨਹੀਂ ਕੀਤੀ। ਤੁਸੀਂ ਧੱਕੇ ਦੇ ਨਾਲ ਉਹਨੂੰ ਬਿਨਾਂ ਪੇਸ਼ ਹੋਇਆਂ ਤੋਂ ਮਾਫੀ ਦੇ। ਚਲੋ ਇਹ ਕਾਫੀ ਗਰਮਾ ਗਰਮੀ ਸਾਡੀ ਹੋਈ ਵੀ, ਉੱਥੇ ਚਾਰੇ ਜਣੇ ਸੀ ਅਸੀਂ ਤੇ ਹੋਰ ਕੋਈ ਪੰਜਵਾਂ ਬੰਦਾ ਨਹੀਂ ਸੀ। ਅਸੀਂ ਆ ਗਏ, ਉਹ ਨਹੀਂ ਆਪਣੀਆਂ ਨੀਤੀਆਂ ਤੋਂ ਟਲੇ। 12 ਤਰੀਕ ਨੂੰ ਮਹਾਰਾਜ ਦੀ ਬੇਅਦਬੀ ਹੋ ਜਾਂਦੀ ਹੈ ਤੇ 14 ਤਰੀਕ ਨੂੰ ਗੋਲੀ ਚੱਲ ਜਾਂਦੀ। 18 ਤਰੀਕ ਦੀ ਮੀਟਿੰਗ ਸੀ ਫਤਿਹਗੜ੍ਹ ਸਾਹਿਬ। ਮੇਰਾ ਮਨ ਤੇ ਇਹ ਸੀ ਵੀ ਪਹਿਲਾਂ ਹੀ ਮੈਂ ਜਿੱਦਣ ਹੋਇਆ ਸਾਰਾ ਕੁਝ ਭਾਣਾ ਵਰਤਿਆ, ਗੋਲੀ ਚੱਲੀ, ਉਸੇ ਦਿਨ ਰਿਜ਼ਾਈਨ ਕਰ। ਮੈਨੂੰ ਕੋਈ ਸਿਆਣੇ ਸੱਜਣਾ ਨੇ ਕਿਹਾ ਵੀ ਇਹ ਅੰਤਰਿਮ ਕਮੇਟੀ ਦੀ ਮੀਟਿੰਗ ਹੈ, ਤੂੰ ਉਹਦੇ ਵਿੱਚ ਕੁਝ ਮਤੇ ਲਿਆ, ਮਤੇ ਲਿਆਉਣ ਤੋਂ ਬਾਅਦ ਉੱਥੇ। ਚਲੋ ਮੈਂ 18 ਦੀ ਮੀਟਿੰਗ ਸੀ ਤੇ ਮੱਕੜ ਸਾਹਿਬ ਪ੍ਰਧਾਨ ਸੀਗੇ। ਮੱਕੜ ਸਾਹਿਬ ਨੇ 2-3 ਵਾਰੀ ਕਿਹਾ ਵੀ ਕਾਰਵਾਈ ਸ਼ੁਰੂ ਕਰੀਏ, ਤੇ ਮੈਂ ਉੱਠ ਕੇ ਖੜਾ ਹੋ ਗਿਆ। ਮੈਂ ਕਿਹਾ ਅੱਜ ਕੋਈ ਕਾਰਵਾਈ ਨਹੀਂ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੇਰੇ ਲਫ਼ਜ਼ ਇਹ ਸੀ ਵੀ ਤੁਹਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਿੱਥ ਕੇ ਬੇਅਦਬੀ ਕੀਤੀ ਗਈ। ਰੋਸ ਪ੍ਰਗਟ ਕਰਦੇ ਸਿੰਘਾਂ ਦੇ ਉੱਤੇ ਪੰਜਾਬ ਦੀ ਪੰਥਕ ਸਰਕਾਰ ਦੀ ਪੁਲਿਸ ਨੇ ਗੋਲੀ ਚਲਾਤੀ ਹੈ, ਤੇ ਆਪਾਂ ਇੱਥੇ ਆਟੇ ਦਾਲ ਦੇ ਬਿੱਲ ਪਾਸ ਕਰਦੇ ਚੰਗੇ ਲੱਗਦੇ? ਮੈਨੂੰ ਕਹਿੰਦੇ ਕੀ ਹੋਣਾ ਚਾਹੀਦਾ? ਮੈਂ ਕਿਹਾ ਅੱਜ ਸਿਰਫ 3 ਮਤੇ ਹੋਣੇ ਚਾਹੀਦੇ। ਨੰਬਰ 1, ਜਿਹੜੇ ਸ਼ਹੀਦ ਸਿੰਘ ਪਰਿਵਾਰ ਸ਼ਹੀਦ ਹੋ ਗਏ, ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ ਪੁਲਿਸ ਦੀ ਗੋਲੀ ਦੇ ਨਾਲ, ਅੱਜੇ ਹੀ ਮੱਕੜ ਸਾਹਿਬ ਜਾਣ, ਉਹਨਾਂ ਦੇ ਘਰ ਜਾ ਕੇ 10-10 ਲੱਖ ਰੁਪਏ ਦੀ ਸਹਾਇਤਾ ਉਹਨਾਂ ਨੂੰ ਦੇ ਕੇ। ਦੂਜਾ ਮਤਾ ਇਹ ਆ ਵੀ ਜਿਹੜੇ ਜ਼ਖਮੀ ਕਿੰਨੇ ਸਿੰਘ ਹੋਏ ਆ ਉਹਨਾਂ ਦਾ ਇਲਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਾਵੇ। ਤੇ ਤੀਜਾ ਮਤਾ ਸੀ ਵੀ ਜਿਹੜੇ ਵੀ ਪੁਲਿਸ ਵਾਲਿਆਂ ਨੇ ਬਿਨਾਂ ਭੜਕਾਟ ਤੋਂ ਜਾਪ ਕਰਦਿਆਂ ਦੇ ਉੱਤੇ ਗੋਲੀ ਚਲਾਈ, ਉਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ। ਤੇ ਮੇਰੀ ਰਾਏ ਨਾਲ ਸਾਰੇ ਹੀ ਮੈਂਬਰ ਸਹਿਮਤ ਹੋ ਗਏ ਔਰ ਇਹ ਤਿੰਨੇ ਹੀ ਮਤੇ ਯੂਨੈਨਿਮਸਲੀ ਪਾਸ ਹੋ, ਪਰੰਤੂ ਲਾਗੂ ਅੱਜ ਤੱਕ ਵੀ ਨਹੀਂ ਹੋਏ। ਜਦੋਂ ਨੀਅਤ ਵਿੱਚ ਖੋਟ ਹੁੰਦਾ ਨਾ, ਤੇ ਉਸ ਵੇਲੇ ਫਿਰ ਜਦੋਂ ਚੋਰ ਨਾਲ ਕੁੱਤੀ ਰਲ ਜਾਏ ਤੇ ਫਿਰ ਪੰਥਕ ਰਾਜਨੀਤੀ ਕਿੱਥੇ ਰਹਿ ਜਾਂਦੀ ਹੈ? ਫਿਰ ਪੰਥ ਕਿੱਥੇ ਰਹਿ ਜਾਂਦਾ? ਪੰਥ ਤੇ ਮਹਾਰਾਜ ਉਹਦੀ ਪਰਿਭਾਸ਼ਾ ਤਾਂ ਸਿੱਧੀ ਹੈ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਤੇ ਜੇ ਪੰਥ ਦੀ ਕੋਸਟ ਦੇ ਉੱਤੇ ਆਪਣੀਆਂ ਕੁਰਸੀਆਂ ਬਚਾਈਆਂ ਜਾਣੀਆਂ ਤੇ ਫਿਰ ਉਹਨੂੰ ਪੰਥਕ ਰਾਜਨੀਤੀ ਨਹੀਂ ਕਹਿੰਦੇ। ਉਹ ਠੀਕ ਹੈ, ਪੰਥ ਦੀ ਦੁਰਵਰਤੋਂ ਕਰਕੇ, ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਕੁਰਸੀਆਂ ਦੀ ਪ੍ਰਾਪਤੀ ਵਾਲੀ ਰਾਜਨੀਤੀ ਹੋ ਸਕਦੀ ਹੈ, ਪਰੰਤੂ ਉਹ ਪੰਥਕ ਰਾਜਨੀਤੀ ਨਹੀਂ ਹੋ ਸਕਦੀ। ਬਿਲਕੁਲ। ਔਰ ਸਭ ਲਗਾਤਾਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਪੰਥਕ ਸਿਆਸਤ ਦੀ, ਤਾਂ ਇਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ, ਜਿਵੇਂ ਕਿ ਤੁਸੀਂ ਵੀ ਸਵਾਲ ਚੁੱਕੇ ਨੇ, ਕਾਰਨ ਕੀ ਹੈ ਕਿ ਜਥੇਦਾਰ ਕਮਜ਼ੋਰ ਹੀ ਕਿਉਂ ਭਾਲਿਆ ਜਾਂਦਾ ਜਾਂ ਫਿਰ ਉਹਨੂੰ ਕਮਜ਼ੋਰ ਕਿਉਂ ਕਰ ਦਿੱਤਾ ਜਾਂਦਾ? ਪ੍ਰਧਾਨ ਜਿਹੜਾ ਸ਼੍ਰੋਮਣੀ ਕਮੇਟੀ ਦਾ, ਉਹ ਕਮਜ਼ੋਰ ਹੀ ਕਿਉਂ ਭਾਲਿਆ ਜਾਂਦਾ? ਉਸ ਨੂੰ ਕਿਉਂ ਕਮਜ਼ੋਰੀਆਂ ਮਤਲਬ ਕਿ ਵਿੱਚ ਛੁਪਾ ਕੇ ਉਹਨੂੰ ਅੱਗੇ ਕਰ ਦਿੱਤਾ ਜਾਂਦਾ? ਦੇਖੋ ਇਸ ਤਰ੍ਹਾਂ ਹੈਗਾ, ਪਹਿਲੀ ਤੇ ਗਲਤੀ ਪੰਥ ਕਰਦਾ। ਇੱਕ ਧਿਰ ਵੱਲੋਂ, ਰਾਜਨੀਤਿਕ ਧਿਰ ਵੱਲੋਂ ਜਿਨ੍ਹਾਂ ਦੇ ਬੰਦੇ ਵੱਧ ਜਿੱਤ ਕੇ, ਵੱਧ ਮੈਂਬਰ ਜਿੱਤ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਾਂਭਦੇ ਆ, ਉਹਨਾਂ ਵੱਲੋਂ ਬਣਾਏ ਜਥੇਦਾਰ ਦੇ ਵਿੱਚੋਂ ਅਕਾਲੀ ਫੂਲਾ ਸਿੰਘ ਲੱਗਦਾ, ਜਿਹੜਾ ਉਹ ਕਦੀ ਵੀ ਨਹੀਂ ਬਣ ਸਕਦਾ। ਅਕਾਲੀ ਫੂਲਾ ਸਿੰਘ ਮਿਸਲਾਂ ਵੱਲੋਂ ਸਥਾਪਿਤ ਜਥੇਦਾਰ ਸੀ, ਪੰਥ ਦੀ ਸਰਬਸੰਮਤੀ ਨਾਲ ਸਥਾਪਿਤ ਜਥੇਦਾਰ ਸੀ, ਜਿਹਦੇ ਵਿੱਚ ਦੁਸ਼ਮਣ ਨਾਲ ਲੜਨ ਦੇ ਲਈ ਤਲਵਾਰ ਦੀ ਸ਼ਕਤੀ ਵੀ ਉਹਦੇ ਕੋਲ ਸੀ, ਜਿਹਦੇ ਵਿੱਚ
ਬੇਬਾਕੀ ਸੀ, ਜਿਹੜਾ ਪੰਥਕ ਸਿਧਾਂਤਾਂ ਤੇ ਖਰਾ ਉਤਰਦਾ ਸੀ, ਜਿਹੜਾ ਬਾਦਸ਼ਾਹ ਨੂੰ ਵੀ ਘੇਰ ਕੇ ਕਹਿ ਸਕਦਾ ਸੀ ਤੇਰੀ ਆ ਵਗਿਆ। ਤੇ ਜਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਲੋਕਾਂ ਵੱਲੋਂ ਬਣਾਏ ਜਾਂਦੇ ਹਨ, ਜਿਨ੍ਹਾਂ ਨੇ ਗੱਡੀਆਂ ਵੀ ਉੱਥੋਂ ਲੈਣੀਆਂ ਹੋਣ ਮੰਗ ਕੇ, ਤੇਲ ਵੀ ਉੱਥੋਂ ਮੰਗ ਕੇ ਲੈਣਾ ਹੋਵੇ, ਆਪਣੇ ਘਰਾਂ ਦੇ ਬਿਜਲੀ ਦੇ ਬਿੱਲ ਵੀ ਉੱਥੋਂ ਮੰਗ ਕੇ ਲੈਣੇ ਹੋਣ, ਉਹ ਕਿਵੇਂ ਪੰਥ ਦੀ ਗੱਲ ਕਰ ਸਕਦੇ? ਮੌਜੂਦਾ ਜਥੇਦਾਰਾਂ ਨੂੰ ਤਾਂ ਛੱਡ ਦਈਏ, ਮੈਂ ਅੱਜ ਵੀ ਇਹ ਗੱਲ ਕਰਦਾ, ਕਈਆਂ ਨੂੰ ਰਿਟਾਇਰ ਹੋਇਆਂ ਨੂੰ 4-4 10-10 ਸਾਲ ਹੋ ਗਏ, ਉਹ ਵੀ ਪੰਥ ਦੀਆਂ ਗੱਡੀਆਂ ਲੈ ਕੇ ਫਿਰ ਰਹੇ, ਤੇ ਉਹ ਕਿਵੇਂ ਪੰਥ ਦੀ ਗੱਲ ਕਰਨ? ਪੰਥ ਗੱਡੀਆਂ ਦਾ ਮੁਹਤਾਜ ਨਹੀਂ, ਪੰਥ ਪੈਟਰੋਲ ਡੀਜ਼ਲ ਦਾ ਮੁਹਤਾਜ ਨਹੀਂ। ਪੰਥ ਤੇ ਫਿਰ ਇਹ ਤੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਪਹਿਰੇਦਾਰੀ ਵਾਲਾ ਪੰਥ ਹੈ। ਬਿਲਕੁਲ ਸਹੀ ਗੱਲ। ਤੇ ਭੌਰ ਸਾਹਿਬ, ਫਿਰ ਇਹ ਕਿਸ ਤਰ੍ਹਾਂ ਆਜ਼ਾਦੀ ਜਿਹੜੀ ਹੈ ਜਥੇਦਾਰ ਦੀ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹੋ ਸਕਦੀ ਹੈ? ਕੋਈ ਤਾਂ ਤਰੀਕਾ ਹੋਏਗਾ। ਹਾਂ, ਇਸ ਤਰ੍ਹਾਂ ਹੈਗਾ, ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਸਮਝਣਾ ਹੋਵੇ ਨਾ, ਜਿਹੜੀ ਸਿੱਖ ਸਮਝ ਨਹੀਂ ਰਹੇ ਪ੍ਰੋਪਰ, ਇਹ ਇੱਕ ਪ੍ਰਬੰਧਕ ਸੰਸਥਾ ਹੈ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਹੈ, ਔਰ ਪ੍ਰਬੰਧ ਜੋ ਸੰਗਤ ਦਸਵੰਧ ਭੇਟ ਕਰਦੀ ਆ ਉਹਨੂੰ ਵੱਖ-ਵੱਖ ਹੈਡਸ ਦੇ ਉੱਤੇ ਖਰਚਣ ਦੀ ਇਹਨਾਂ ਦੀ ਜ਼ਿੰਮੇਵਾਰੀ। ਇਹ ਨਹੀਂ ਹੈ ਵੀ ਇਹਨਾਂ ਨੂੰ ਕੋਈ ਪੰਥ ਦੀ ਪ੍ਰਤੀਨਿਧਤਾ ਮਿਲੀ ਹੋਈ ਹੈ ਜਾਂ ਕੋਈ ਪੰਥ ਦੇ ਸਾਰੇ ਕਾਰਜ ਇਹਨਾਂ ਨੇ ਕਰਨੇ ਹੁੰਦੇ ਆ, ਕਿਉਂਕਿ ਰਾਜਨੀਤਿਕ ਲੋਕ ਆਪਣੇ ਬੰਦਿਆਂ ਨੂੰ ਟਿਕਟਾਂ ਦੇ ਕੇ ਮੈਂਬਰ ਬਣਾਉਂਦੇ ਆ, ਤੇ ਜਿਹੜੀ ਧਿਰ ਦੇ ਵੱਧ ਬਣ ਜਾਂਦੇ ਆ ਉਹਦੇ ਰਾਜਨੀਤਿਕ ਹਿੱਤ ਵੀ ਹੁੰਦੇ ਆ, ਉਹ ਇਹਨਾਂ ਦੇ ਰਾਹੀਂ ਆਪਣੇ ਹਿੱਤ ਵੀ ਪਾਲਦੇ ਆ, ਇਹਨਾਂ ਸੰਸਥਾਵਾਂ ਨੂੰ ਵਰਤਦੇ ਵੀ ਆ, ਇਹਨਾਂ ਦੇ ਰਾਹੀਂ ਆਪਣਾ ਸਾਰਾ ਕੁਝ ਚਲਾਉਂਦੇ ਵੀ। ਅੱਛਾ, ਦੂਸਰੇ ਪਾਸੇ ਗੱਲ ਇਹ ਹੈ ਵੀ ਜਿਹੜਾ ਸ਼ੈਤਾਨ ਪੋਲੀਟੀਸ਼ੀਅਨ ਹੈ ਨਾ, ਜਿਹੜਾ ਵੱਖ-ਵੱਖ ਭੇਸਾਂ ਦੇ ਵਿੱਚ ਵਿਚਰ ਰਿਹਾ, ਜਿਹੜਾ ਰਾਜ ਕਰਨ ਦੇ ਲਈ ਤਰਲੋ ਮੱਛੀ ਹੋਇਆ ਰਹਿੰਦਾ, ਉਹਦੀ ਹਮੇਸ਼ਾ ਹੀ ਇਹ ਖਾਹਿਸ਼ ਰਹੀ ਹੈ ਵੀ ਪੰਥ ਨੂੰ ਨਾ ਕੇਵਲ ਆਟੇ ਦਾਲ ਜਾਂ ਲੰਗਰਾਂ ਦੇ ਵਿੱਚ ਹੀ ਉਲਝਾ ਕੇ ਰੱਖਿਆ ਜਾਵੇ ਤੇ ਰਾਜ ਭਾਗ ਅਸੀਂ ਆਪੇ ਹੀ ਕਰੀਏ। ਉਹ ਬਾਰ-ਬਾਰ ਐਸੇ ਇਸ਼ੂ ਉਭਾਰਨਗੇ। ਹੁਣ ਜਿਵੇਂ ਆ ਪਿਛਲੇ ਦਿਨਾਂ ਤੋਂ ਕੰਮ ਚੱਲ ਰਿਹਾ, ਅਸੀਂ ਜੀ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਖੋਲ੍ਹਣੀ, ਬੜੀਆਂ ਧਿਰਾਂ ਸਰਗਰਮ ਨੇ, ਹੋਣੀ ਵੀ ਚਾਹੀਦੀ ਹੈ, ਵੈਸੇ ਕੋਈ ਮਾੜੀ ਗੱਲ ਨਹੀਂ, ਹੋਣੀ ਚਾਹੀਦੀ ਹੈ। ਜਦੋਂ ਪ੍ਰਬੰਧਕ ਠੀਕ ਨਾ ਹੋਣ ਤਾਂ ਪ੍ਰਬੰਧ ਬਦਲੇ ਜਾ ਸਕਦੇ ਆ, ਪਰ ਕੀ ਸਿੱਖਾਂ ਦੀ ਮੰਜ਼ਿਲ ਕੇਵਲ ਗੁਰਦੁਆਰਾ ਪ੍ਰਬੰਧ ਹੈ? ਸਿੱਖਾਂ ਨੇ ਇਸ ਤੋਂ ਪਰੇ ਸੋਚਣਾ ਨਹੀਂ? ਸਿੱਖ ਰਾਜ ਕਰਨ ਦਾ ਕਿਉਂ ਨਹੀਂ ਸੋਚ ਰਹੇ? ਸਿੱਖਾਂ ਦੇ ਰਾਜਨੀਤਿਕ ਮਸਲੇ ਵੀ ਆ, ਸਿੱਖਾਂ ਦੇ ਧਾਰਮਿਕ ਮਸਲੇ ਵੀ ਆ, ਸਿੱਖਾਂ ਦੇ ਸਮਾਜਿਕ ਮਸਲੇ ਵੀ ਆ, ਸਿੱਖਾਂ ਦੇ ਆਰਥਿਕ ਮਸਲੇ ਵੀ ਆ, ਸਿੱਖਾਂ ਦੇ ਵਿਦਿਅਕ ਮਸਲੇ ਵੀ ਆ, ਉਹਨਾਂ ਨੂੰ ਕੌਣ ਐਡਰੈਸ ਕਰੇਗਾ? ਬਿਲਕੁਲ, ਉਹਨਾਂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਅੱਜ ਸਿੱਖ ਬੱਚਿਆਂ ਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਆ, ਗਰੀਬ ਸਿੱਖ ਪਰਿਵਾਰਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਆ, ਉਹਨਾਂ ਦਾ ਹੱਲ ਕੌਣ ਕਰੇਗਾ? ਇੱਕ ਪ੍ਰਬੰਧਕ ਕਮੇਟੀ ਕਰੇਗੀ। ਪ੍ਰਬੰਧਕ ਕਮੇਟੀ ਦੀ ਜਿਹੜੀ ਸੀਮਾ ਆ ਉਹ ਚੰਡੀਗੜ੍ਹ ਜਾ ਕੇ ਮੁੱਕ ਜਾਂਦੀ। ਅੱਗੇ ਹਰਿਆਣਾ ਵਿੱਚ ਸੀ, ਹੁਣ ਹਰਿਆਣੇ ਦੀ ਕਮੇਟੀ ਵੀ ਜੁਦੀ ਬਣਾਤੀ ਉਹਨਾਂ ਨੇ, ਬਾਕੀ ਰਹਿੰਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਉਹਨਾਂ ਕੋਲ ਚਲੇ ਜਾਏਗਾ। ਅੱਛਾ, ਚੰਡੀਗੜ੍ਹ ਦੇ ਮੋਹਾਲੀ ਜਾ ਕੇ ਮੁੱਕ ਜਾਂਦਾ ਕੰਮ, ਤੇ ਇੱਕ ਤਹਿਸੀਲ ਊਨੇ ਦੀ ਰਹਿ ਜਾਂਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਕੋਲ, ਤੇ ਪੰਜਾਬ ਤੋਂ ਬਾਹਰ ਕਿਤੇ ਗੁਰਦੁਆਰੇ ਹੈ ਨਹੀਂ, ਜਾਂ ਹਿੰਦੁਸਤਾਨ ਤੋਂ ਬਾਹਰ ਕਿਤੇ ਗੁਰਦੁਆਰੇ ਹੈ ਨਹੀਂ, ਉਹਨਾਂ ਦਾ ਪ੍ਰਬੰਧ ਵੀ ਤਾਂ ਲੋਕ ਚਲਾਉਂਦੇ ਹਨ। ਤੇ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਲਡ ਵਾਈਡ ਕੋਈ ਪ੍ਰਤੀਨਿਧਤਾ ਕਰਦੀ ਆ। ਆਸਟ੍ਰੇਲੀਆ, ਅਮਰੀਕਾ, ਇੰਗਲੈਂਡ, ਕੈਨੇਡਾ, ਵੱਖ-ਵੱਖ ਦੇਸ਼ਾਂ ਵਿੱਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਲੋਕ ਕਰਦੇ ਆ, ਔਰ ਕਈ ਜਗ੍ਹਾ ਸ਼੍ਰੋਮਣੀ ਕਮੇਟੀ ਤੋਂ ਵੀ ਵਧੀਆ ਕਰਦੇ। ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਵੀ ਹੋ ਰਹੇ। ਗੁਰਦੁਆਰਾ ਪ੍ਰਬੰਧ ਇੱਕ ਅਲੱਗ ਚੀਜ਼ ਹੈ, ਬਿਲਕੁਲ, ਪਰੰਤੂ ਜਿਹੜੇ ਸਿੱਖਾਂ ਦੇ ਮਸਲੇ ਆ ਨਾ, ਹੁਣ ਦੇਖੋ, ਮੈਂ ਜਿਹਦਾ ਜ਼ਿਕਰ ਕਰ ਰਿਹਾ ਸੀ, ਦੇਖੋ, ਆਮ ਤੌਰ ਤੇ ਸਿੱਖ ਬੰਦੀਆਂ ਦਾ ਜ਼ਿਕਰ ਹੁੰਦਾ ਜਦੋਂ ਕਿਤੇ ਚਾਰ ਸਿੱਖ ਸੁਹਿਰਦ ਸਿੱਖ ਇਕੱਠੇ ਬੈਠਣ, ਤੇ ਉਹ ਸਿੱਖ ਬੰਦੀਆਂ ਦਾ ਜ਼ਿਕਰ ਕਰਦਾ ਵੀ 30-30, 35-35 ਸਾਲ ਤੋਂ ਸਾਡੇ ਬੱਚੇ, ਨੌਜਵਾਨ ਬੱਚੇ ਜੇਲ੍ਹਾਂ ਵਿੱਚ ਬੈਠੇ ਆ, ਸਾਰੀ ਉਮਰ ਲੰਘ ਗਈ, ਕਿਹੜਾ ਕਾਨੂੰਨ ਹੈ ਜਿਹੜਾ ਉਹਨਾਂ ਨੂੰ 40 ਸਾਲ ਜੇਲ੍ਹ ਵਿੱਚ ਰੱਖ ਸਕਦਾ ਹੈ? ਨਾ ਕੋਈ ਕਾਨੂੰਨ ਇਜਾਜ਼ਤ ਦਿੰਦਾ। ਸਜ਼ਾ ਭੁਗਤਣ ਤੋਂ ਬਾਅਦ ਵੀ ਉਹ ਜੇਲ੍ਹਾਂ ਵਿੱਚ ਬੈਠੇ। ਉਹ ਕਿਉਂ ਬਾਹਰ ਨਹੀਂ ਆ ਰਹੇ? ਉਹ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਸਾਡੀ ਕੋਈ ਰਾਜਨੀਤਿਕ ਧਿਰ ਨਹੀਂ, ਸਾਡੀ ਕੋਈ ਰਾਜਨੀਤਿਕ ਮਜ਼ਬੂਤ ਧਿਰ। ਦੂਜੇ ਪਾਸੇ ਦੇਖੋ, ਮੋਦੀ ਤੇ ਸ਼ਾਹ ਨੇ ਰਾਜ ਭਾਗ ਸਾਂਭ ਲਿਆ। ਪ੍ਰਗਿਆ ਦੇਵੀ ਵਰਗੇ, ਅਸੀਮਾਨੰਦ ਵਰਗੇ, ਜਿਹੜੇ ਮਾਲੇਗਾਉਂ ਬਲਾਸਟ ਕੇਸ ਤੇ ਦੂਜੀਆਂ ਹੋਰ ਵੱਡੀਆਂ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਲੋਕ, ਉਹ ਮੰਤਰੀ ਬਣੇ ਫਿਰਦੇ। ਇਹੀ ਕਾਰਨ ਹੈ ਕਿ ਅਸੀਂ ਕੇਵਲ, ਸਾਨੂੰ ਵਰਤਿਆ ਜਾਂਦਾ। ਆ ਹੁਣ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਹੋਏਗੀ, ਫਿਰ ਵਰਤਣਗੇ, ਤੁਸੀਂ ਰਾਜਨੀਤਿਕ ਵੋਟਾਂ ਵਿੱਚ ਸਾਨੂੰ ਵੋਟਾਂ ਪਾ ਦਿਓ, ਅਸੀਂ ਉੱਥੇ ਤੁਹਾਨੂੰ ਪਾ ਦਿੰਦੇ। ਸੌਦੇਬਾਜ਼ੀਆਂ ਫੇਰ ਹੋਣਗੀਆਂ, ਕਿਸੇ ਨੂੰ ਕੋਈ ਕਹਿ ਦੇਗਾ, ਕਿਸੇ ਨੂੰ ਕੇਜਰੀਵਾਲ ਕਹਿ ਦਊਗਾ, ਕਿਸੇ ਨੂੰ ਅਮਰਿੰਦਰ ਕਹਿ ਦਊ, ਕਿਸੇ ਨੂੰ ਕੋਈ ਹੋਰ ਕਹਿ ਦਊ, ਪਰੰਤੂ ਇਹ ਨਹੀਂ ਕਹਿਣਗੇ
ਵੀ ਗੁਰਦੁਆਰਿਆਂ ਦਾ ਪ੍ਰਬੰਧ ਚੰਗੇ ਸਿੱਖਾਂ ਨੂੰ ਦੇ ਦਿਓ, ਤੁਸੀਂ ਰਾਜਨੀਤੀ ਵਿੱਚ ਆਓ, ਅਸੀਂ ਤੁਹਾਨੂੰ ਬਰਾਬਰ ਦੀਆਂ ਕੁਰਸੀਆਂ ਦੇਣੇ। ਬਿਲਕੁਲ। ਤੇ ਜਦੋਂ ਤੱਕ ਸਿੱਖ ਅਜੋਕੇ ਸਿਸਟਮ ਵਿੱਚ ਬੇਈਮਾਨ ਲੋਕਾਂ ਨੂੰ ਰਾਜ ਗੱਦੀਆਂ ਤੋਂ ਲਾਹ ਕੇ ਸੁਹਿਰਦ ਪੰਜਾਬ ਪੱਖੀ, ਪੰਥ ਪੱਖੀ ਲੋਕਾਂ ਨੂੰ ਉਹਨਾਂ ਰਾਜ ਗੱਦੀਆਂ ਤੇ ਨਹੀਂ ਬਿਠਾ ਲੈਣਗੇ, ਸਿੱਖ ਮਸਲੇ ਇਦਾਂ ਦੇ ਇਦਾਂ ਹੀ ਖੜੇ ਰਹਿਣਗੇ। ਬਿਲਕੁਲ ਬਿਲਕੁਲ। ਔਰ ਸਭ ਇੱਕ ਹੋਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਅਸੀਂ ਸਿੱਖ ਮਤਲਬ ਕਿ ਰਹਿਤ ਮਰਿਆਦਾਵਾਂ ਦੀ ਗੱਲ ਕਰਦੇ ਹਾਂ ਜਾਂ ਸਿੱਖ ਸਭਾ ਦੇ ਵਿੱਚ ਅਕਾਲੀ ਦਲ ਬਾਦਲ ਦਾ ਜਦੋਂ ਨਾਮ ਆਉਂਦਾ ਆ ਤਾਂ ਇੱਕ ਉਬਾਲ ਜਿਹਾ ਉੱਠਦਾ ਸਾਰਿਆਂ ਦੇ ਵਿੱਚ। ਉਹ ਜਿਹੜੀ ਮਤਲਬ ਕਿ ਉਹਨਾਂ ਦੀ ਇੱਕ ਦਿੱਖ ਬਣੀ ਹੋਈ ਹੈ ਕਿ ਉਹਨਾਂ ਨੇ ਕੀ ਕੁਝ ਕੀਤਾ, ਉਹਨਾਂ ਦੇ ਰਾਜ ਵਿੱਚ ਕੀ ਕੁਝ ਹੋਇਆ, 10 ਸਾਲ ਲਗਾਤਾਰ ਬਣੇ ਰਹੇ, ਕੀ ਸਿੱਖਾਂ ਲਈ ਨਹੀਂ ਕੀਤਾ, ਕੀ ਕਰਨਾ ਚਾਹੀਦਾ ਸੀ। ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਅੱਜ ਵੀ ਉਹ ਧਿਰ ਜਿਹੜੀ ਹੈ ਉਨੀ ਮਜ਼ਬੂਤ ਹੈ। ਅੱਜ ਵੀ ਉਹਨਾਂ ਦੇ ਮਗਰ ਜਿਹੜੇ ਨੇ ਉਨੇ ਹੀ ਲੋਕ ਜਿਹੜੇ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਨੇ ਜਿੰਨੇ ਉਹਨਾਂ ਦੇ ਕੋਲ ਪਹਿਲਾਂ ਸੀ। ਅੱਜ ਵੀ ਉਹਨਾਂ ਦੇ ਇਕੱਠ, ਉਹਨਾਂ ਦੀਆਂ ਰੈਲੀਆਂ ਦੇ ਵਿੱਚ ਉਨੇ ਹੀ ਹੁੰਦੇ ਨੇ। ਕੀ ਜਿਹੜੀ ਉਹਨਾਂ ਨੂੰ ਮਤਲਬ ਘੇਰਾਬੰਦੀ ਉਹਨਾਂ ਦੀ ਕੀਤੀ ਜਾਂਦੀ ਹੈ, ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਕਿ ਉਹਨਾਂ ਨੂੰ ਲਗਾਤਾਰ ਸਿਆਸੀ ਤੌਰ ਤੇ ਨਿਸ਼ਾਨੇ ਉੱਤੇ ਰੱਖਿਆ ਜਾਂਦਾ ਹੈ, ਜਾਂ ਫਿਰ ਇਸ ਨੂੰ ਲੋਕ ਦੇਖੋ ਹਮੇਸ਼ਾ ਹੀ ਇਹ ਗੱਲ ਹੁੰਦੀ ਹੈ, ਪੰਥ ਜਿਹੜਾ ਨਾ, ਜਿਹਨੂੰ ਆਪਾਂ ਪੰਥ ਕਹਿੰਦੇ ਆ, ਜਿਹਨੂੰ ਕੌਮ ਕਹਿੰਦੇ ਆ, ਜਿਹਨੂੰ ਸਿੱਖੀ ਕਹਿੰਦੇ ਆ, ਇਹ ਗੁਰੂ ਦੇ ਹੁਕਮਾਂ ਦੀਆਂ ਬਲਗਣਾ ਤੋਂ ਬਾਹਰ ਨਹੀਂ ਝਾਕ ਸਕਦਾ। ਇਹਦਾ ਖਾਣਾ ਵੀ ਗੁਰੂ ਦੇ ਹੁਕਮ ਮੁਤਾਬਕ ਹੈ, ਪੀਣਾ ਵੀ ਗੁਰੂ ਦੇ ਹੁਕਮ ਮੁਤਾਬਕ ਹੈ, ਕਿਰਤ ਵੀ ਗੁਰੂ ਦੇ ਹੁਕਮ ਮੁਤਾਬਕ ਹੈ, ਬੈਠਣਾ ਉੱਠਣਾ ਪਹਿਨਣਾ ਚੱਲਣਾ ਫਿਰਨਾ ਸਭ ਕੁਝ ਗੁਰੂ ਦੇ ਹੁਕਮ ਮੁਤਾਬਕ। ਸਿੱਖ ਦਾ ਕੁਝ ਵੀ ਆਪਣਾ ਨਹੀਂ। ਤੇ ਜਿਹਨਾਂ ਬੰਦਿਆਂ ਦਾ ਜ਼ਿਕਰ ਤੁਸੀਂ ਕੀਤਾ, ਉਹਨਾਂ ਦੇ ਲਈ ਤਾਂ ਉਮੇਦ ਸੈਣੀ ਵੀ ਠੀਕ ਹੈ, ਉਹਨਾਂ ਦੇ ਲਈ ਤਾਂ ਇਜ਼ਹਾਰ ਆਲਮ ਵੀ ਠੀਕ ਹੈ। ਪੰਥ ਇਹਨਾਂ ਲੋਕਾਂ ਨੂੰ ਆਪਣੇ ਦੁਸ਼ਮਣ ਸਮਝਦਾ, ਉਹਨਾਂ ਲਈ ਸਭ ਕੁਝ ਠੀਕ ਹੈ। ਉਹ ਵੈਸੇ ਤਾਂ ਇਹ ਪ੍ਰਚਾਰ ਕਰਨਗੇ ਕਿ 84 ਦੇ ਵਿੱਚ ਜੀ ਜਿਸ ਜਮਾਤ ਨੇ ਹਮਲਾ ਕੀਤਾ ਉਹਨੂੰ ਵੋਟ ਨਾ ਪਾਇਓ, ਸਿੱਖਾਂ ਦੀ ਦੁਸ਼ਮਣ। ਤੇ ਉਹਦੇ ਵਿੱਚੋਂ ਜਦੋਂ ਧੋ ਕੇ ਲਿਆਉਂਦੇ ਆ, ਜਦੋਂ ਬਾਦਲੀ ਇਸ਼ਨਾਨ ਕਰਾ ਕੇ ਲਿਆਉਂਦੇ ਆ, ਫਿਰ ਉਹ ਕਿਹੜੀ ਗੰਗਾ ਜਲ ਹੈ ਜਿਹਦੇ ਨਾਲ ਪਵਿੱਤਰ ਹੋ ਜਾਂਦੇ। ਪਹਿਲਾਂ ਉਹਨਾਂ ਨੂੰ ਸ਼ਾਮਲ ਮਗਰੋਂ ਕਰਾਉਂਦੇ ਆ, ਟਿਕਟਾਂ ਪਹਿਲਾਂ ਅਨਾਉਂਸ ਕਰਦੇ ਆ, ਅਕਾਲੀਆਂ ਦਾ ਹੱਕ ਮਾਰਦੇ ਆ, ਪੰਥਕ ਲੋਕਾਂ ਦਾ ਹੱਕ ਮਾਰਦੇ ਆ। ਤੇ ਇਹਨੂੰ ਆਪਾਂ ਨਾ ਤਾਂ ਪੰਥਕ ਸੋਚ ਕਹਿ ਸਕਦੇ ਹਾਂ, ਪੰਥ ਜ਼ਰੂਰ ਉਹਨਾਂ ਤੋਂ ਨਾਰਾਜ਼ ਹੈ, ਪਰੰਤੂ ਜਿਹੜਾ ਦੂਜਾ ਮਹਿਕਮਾ ਨਾ, ਜਿਹੜਾ ਦਬੜੂ ਕੁਸੜੂ ਮਹਿਕਮਾ, ਉਹਨਾਂ ਨੂੰ ਇਕੱਠਾ ਕਰਨ ਦੀ ਉਹਨਾਂ ਕੋਲ ਮੁਹਾਰਤ ਹੈ, ਉਹ ਹਰ ਵਾਰੀ ਇਕੱਠਾ ਕਰ ਲੈਂਦੇ। ਉਹਨਾਂ ਦੇ ਲਈ ਕੋਈ ਮਿਆਰ ਨਹੀਂ ਹੈ ਉਹਨਾਂ ਦਾ। ਮੈਂ ਤੇ ਮਤਲਬ ਇੱਕ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਈ ਨਾਮ ਮੈਂ ਜਾਣਦਾ, ਇਕੱਲੇ ਬੰਦੇ ਨੂੰ, ਜਿਨ੍ਹਾਂ ਨੇ ਪੰਥ ਨੇ ਹੁਕਮ ਕੀਤਾ ਵੀ ਤੁਸੀਂ ਸੌਦਾ ਸਾਧ ਦੇ ਨਾਲ, ਕਿਉਂਕਿ ਉਹਨੇ ਅੰਮ੍ਰਿਤ ਦਾ ਅਪਮਾਨ ਕੀਤਾ, ਗੁਰੂ ਸਾਹਿਬ ਵਾਂਗਰ ਪੁਸ਼ਾਕ ਪਹਿਨ ਕੇ ਅੰਮ੍ਰਿਤ ਜਿਵੇਂ ਛਕਾਇਆ ਗਿਆ ਸੀ ਉਹਦਾ ਅਪਮਾਨ ਕੀਤਾ। ਕਿਸੇ ਸਿੱਖ ਨੇ ਵੀ ਉਹਦੇ ਨਾਲ ਰਾਜਨੀਤਿਕ, ਧਾਰਮਿਕ, ਸਮਾਜਿਕ ਜਾਂ ਪਰਿਵਾਰਕ ਸਾਂਝ ਨਹੀਂ ਰੱਖੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਕਮੇਟੀ ਦੇ ਮੈਂਬਰ ਬਾਰ-ਬਾਰ ਜਾ ਕੇ 3-3 ਵਾਰੀ ਤਨਖਾਹ ਲਵਾ ਚੁੱਕੇ। ਤੇ ਉਹਨਾਂ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ? ਉਹਨਾਂ ਨੂੰ ਤਾਂ ਚਾਹੀਦੇ ਹੀ ਇਦਾਂ ਦੇ ਆ ਵੀ ਜਿਹੜੇ ਜਾਵਾਂ। ਹੁਣ ਦੇਖੋ ਤੁਸੀਂ ਰੀਸੈਂਟਲੀ ਜੋ ਕੁਝ ਹੋਇਆ, ਇੱਕ ਬੰਦੇ ਨੇ ਅਰਦਾਸ ਕੀਤੀ ਵੀ ਬਠਿੰਡਾ ਜ਼ਿਲ੍ਹੇ ਵਿੱਚ, ਜਿੱਥੇ ਬਾਦਲ ਸਾਹਿਬ ਦੇ ਪਰਿਵਾਰ ਦਾ ਬਹੁਤ ਦਬਦਬਾ, ਉਹ ਅਰਦਾਸ ਕਰਵਾਈ ਗਈ ਬੀਜੇਪੀ ਵਾਲਿਆਂ ਵੱਲੋਂ, ਉਹਦੇ ਸਬੂਤ ਵੀ ਮਿਲ ਗਏ, ਸਾਰਾ ਕੁਝ ਹੋ ਗਿਆ। ਤੇ ਅਕਾਲੀ ਦਲ ਦੇ ਪ੍ਰਧਾਨ ਦਾ ਇੱਕ ਵੀ ਬਿਆਨ ਤੁਸੀਂ ਸੁਣਿਆ ਵੀ ਇਹ ਮਰਜ਼ਾਦਾ ਦਾ ਉਲੰਘਣ ਹੋਇਆ ਜਾਂ ਕੀ ਹੋਇਆ, ਜਾਂ ਅਕਾਲ ਤਖਤ ਦੇ ਜਥੇਦਾਰ ਦੀ ਕੋਈ ਸੂਓ ਮੋਟੋ ਨੋਟਿਸ ਸੁਣਿਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦਾ ਕੋਈ ਸੂਓ ਮੋਟੋ ਨੋਟਿਸ ਸੁਣਿਆ ਵੀ ਜਿਹਦੇ ਵਿੱਚ ਉਹਨਾਂ ਕਿਹਾ ਹੋਵੇ ਵੀ ਇਹ ਅਕਾਲ ਅਰਦਾਸ ਦਾ ਅਪਮਾਨ ਹੋਇਆ ਤੇ ਅਸੀਂ ਇਹਦਾ ਕੋਈ ਐਕਸ਼ਨ ਲਵਾਂਗੇ? ਪੰਜਾਬ ਦੇ ਵਿੱਚ ਪੇਪਰ ਦੇਣ ਜਾਂਦੇ ਆ ਬੱਚੇ, ਉਹਨਾਂ ਨੂੰ ਕਿਹਾ ਜਾਂਦਾ ਕਿਰਪਾਨਾਂ ਤੇ ਆਪਣੇ ਕੜੇ ਬਾਹਰ ਲਾ ਕੇ ਆਓ। ਕਦੀ ਸੁਣਿਆ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਵੀ ਨਹੀਂ ਹੋਣ ਦਿਆਂਗੇ ਪੰਜਾਬ ਵਿੱਚ? ਉਹਨਾਂ ਦਾ ਸਿਰਫ ਇੱਕੋ ਹੀ ਹੈ ਵੀ ਕਾਂਗਰਸ ਲੁੱਟ ਕੇ ਖਾ ਗਈ, ਉਹ ਚਲੇ ਜਾਣਗੇ, ਸਾਡੀ ਵਾਰੀ ਆਓ, ਛੇਤੀ ਆਓ, ਬਸ ਆਹੀ ਕੁਛ। ਹੁਣ ਇਹ ਏਡੀ ਵੱਡੀ ਗੱਲ ਹੈ। ਹੁਣ ਕਈ ਬੰਦੇ ਕਹਿੰਦੇ ਜੀ ਅਰਦਾਸ ਕਰਨਾ ਕੀ ਜੁਰਮ ਹੈ? ਇਹ ਹੁਣ ਅਰਦਾਸ ਕਰਨ ਦੀ ਪ੍ਰੇਰਨਾ ਜਿਹੜੀ ਆ ਇਹ ਸਾਨੂੰ ਬੀਜੇਪੀ ਤੋਂ ਮਿਲੇਗੀ ਜਾਂ ਬਾਦਲ ਪਰਿਵਾਰ ਤੋਂ ਮਿਲੇਗੀ? ਅਰਦਾਸ ਜਿਹੜੀ ਹੈ, ਕਿਸ ਬੰਦੇ ਦੀ ਅਰਦਾਸ ਹੋ ਸਕਦੀ ਹੈ, ਕਿਸ ਦੀ ਨਹੀਂ ਹੋ ਸਕਦੀ, ਇਹ ਫੈਸਲਾ ਤਾਂ ਪੰਥ ਨੇ ਕਰਨਾ। ਸ੍ਰੀ ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਹੋਇਆ ਵੀ ਉਸ ਬੰਦੇ ਨੇ ਅੰਮ੍ਰਿਤ ਦਾ ਅਪਮਾਨ ਕਰਕੇ ਪੰਥ ਦਾ ਦਿਲ ਦੁਖਾਇਆ। ਕੋਈ ਵੀ ਬੰਦਾ ਉਹਦੇ ਨਾਲ ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਪਰਿਵਾਰਕ ਸੰਬੰਧ ਨਾ ਰੱਖੇ, ਤੇ ਜਿਹਦੇ ਨਾਲ ਇਹ ਸੰਬੰਧ ਰੱਖਣ ਦਾ ਹੁਕਮ ਹੋਇਆ, ਨਾ ਰੱਖਣ ਦਾ ਹੁਕਮ ਹੋਇਆ, ਉਹਦੀ ਅਰਦਾਸ ਕਿਵੇਂ ਹੋ ਸਕਦੀ? ਪਰ ਅਕਾਲੀ ਦਲ ਖਾਮੋਸ਼ ਹੈ, ਬਠਿੰਡੇ ਵਿੱਚ ਬੈਠਾ ਹੀ ਖਾਮੋਸ਼ ਹੈ, ਹੋਰ ਤਾਂ ਕਿੱਥੇ ਜਾ ਕੇ ਖਾਮੋਸ਼ ਹੋਣਾ।
ਔਰ ਸਾਹਿਬ ਲਗਾਤਾਰ ਜਦੋਂ ਅਕਾਲੀ ਦਲ ਤੇ ਇਸ ਤਰ੍ਹਾਂ ਸਵਾਲ ਉੱਠਦੇ ਨੇ ਤਾਂ ਮਜਬੂਰੀਆਂ ਕੀ ਹੋ ਜਾਂਦੀਆਂ ਨੇ ਕਿ ਸਿਆਸੀ ਤੌਰ ਦੇ ਉੱਤੇ ਜਾਂ ਧਾਰਮਿਕ ਤੌਰ ਉੱਤੇ ਕਿ ਉਹ ਆਪਣੇ ਪਤਨ ਵੱਲ ਧਿਆਨ ਨਹੀਂ ਦੇ ਰਹੇ। ਮੈਂ ਪਿੱਛੇ ਜੇ ਸੁਣ ਰਿਹਾ ਸੀ ਮੀਡੀਆ ਸਲਾਹਕਾਰ ਬੈਂਸ ਨੇ ਜਿਹੜੇ ਉਹ ਅਕਾਲੀ ਦਲ ਦੇ ਬਾਦਲ ਸਾਹਿਬ ਦੇ ਬੇहद ਕਰੀਬੀ, ਉਹ ਕਹਿੰਦੇ ਕਿ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਸ ਪਰਿਵਾਰ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ। ਇਹਨਾਂ ਦੇ ਦਿੱਲੀ ਵਾਲੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ 24 ਘੰਟੇ, ਤੇ ਇੱਧਰ ਚੰਡੀਗੜ੍ਹ ਵਾਲੇ ਘਰ ਵਿੱਚ ਤੇ ਬਾਦਲ ਪਿੰਡ ਵਾਲੇ ਘਰ ਵਿੱਚ। ਮਤਲਬ ਕਿ ਇਹ ਪਰਿਭਾਸ਼ਾ ਦੱਸੀ ਜਾ ਰਹੀ ਹੈ ਕਿ ਉਹਨਾਂ ਦੇ ਅੰਦਰ ਗੁਰਸਿੱਖੀ ਕਿੰਨੀ ਕੁ ਹੈ। ਸਿੱਖੀ ਦੱਸਣ ਨਾਲ ਨਹੀਂ ਕਿਸੇ ਨੂੰ ਪਤਾ ਲੱਗਦੀ। ਸਿੱਖ ਤੋਂ ਸਿੱਖੀ ਜਿਹੜੀ ਆ ਤੁਹਾਡੇ ਕਰੈਕਟਰ ਵਿੱਚੋਂ, ਤੁਹਾਡੇ ਬੋਲਣ ਚੱਲਣ ਵਿੱਚੋਂ, ਤੁਹਾਡੇ ਫਿਰਨ ਤੁਰਨ ਵਿੱਚੋਂ, ਤੁਹਾਡੀ ਕਿਰਿਆ ਦੇ ਵਿੱਚੋਂ ਪ੍ਰਗਟ ਹੁੰਦੀ। ਸਿੱਖੀ ਦੱਸਣ ਨਾਲ ਨਹੀਂ ਹੁੰਦੀ। ਜੇ ਸਿੱਖੀ ਹੋਵੇ ਮਨ ਵਿੱਚ ਤੇ ਮੈਂ ਤਾਂ ਉਹੀ ਗੱਲ ਕਰਦਾ ਨਾ ਜੀ, ਗੁਰੂ ਗ੍ਰੰਥ ਸਾਹਿਬ ਦਾ ਕੰਧਾਂ ਤੇ ਲਾ ਕੇ ਅਪਮਾਨ ਹੋ ਜਾਏ, ਸਰਕਾਰ ਪੰਥ ਦੀ ਕਹਾਉਂਦੀ ਹੋਵੇ ਤੇ ਬੰਦਾ ਸੁੱਕਾ ਹੀ ਨਿਕਲ ਜਾਏ। ਸਰਕਾਰਾਂ ਤਾਂ ਅਸੀਂ 20 ਵਾਰੀ ਬਾਦਲ ਸਾਹਿਬ ਨਾਲ ਬੈਠੇ ਗੱਲਾਂ ਕਰਦੇ ਰਹੇ ਹਾਂ, 20 ਵਾਰੀ ਅਸੀਂ ਮੀਟਿੰਗਾਂ 'ਚ ਬੈਠੇ, 1000 ਵਾਰੀ ਬੈਠੇ ਹੋਵਾਂਗੇ। ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਵੀ ਮੈਨੂੰ ਤਾਂ ਧਰਤੀ ਤੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ। ਤੇ ਕੀੜੀ ਕੀ, ਉਹਨਾਂ ਨੇ ਜੋ ਕੁਝ ਕਰਨਾ ਸੀ ਕਰ ਦਿੱਤਾ। ਕਰਨ ਤੋਂ ਬਾਅਦ ਵੀ ਸਰਕਾਰ ਕੋਲ ਇੰਨੇ ਸੋਰਸਿਸ ਹੁੰਦੇ ਆ, ਉਹਨਾਂ ਕੋਲ ਇੰਟੈਲੀਜੈਂਸ ਹੁੰਦੀ ਆ, ਹੋਰ ਏਜੰਸੀਜ਼ ਹੁੰਦੀਆਂ, ਕਿੱਥੇ ਭੱਜ ਗਏ ਬੰਦੇ? ਜ਼ਮੀਨ ਖਾ ਗਈ ਉਹਨਾਂ ਨੂੰ ਕਿ ਅਸਮਾਨ ਨਿਕਲ ਗਿਆ? ਤੇ ਜੇ ਸਿੱਖੀ ਹੁੰਦੀ ਤੇ ਫਿਰ ਸਿੱਖੀ ਦਾ ਅਪਮਾਨ ਕਰਨ ਵਾਲੇ ਸੁੱਕੇ ਨਾ ਬਚਦੇ। ਤੇ ਉਹ ਵੀ ਤੁਸੀਂ ਦੇਖਿਆ ਵੀ ਜੇ ਇੰਨੀ ਕੁ ਸਿੱਖੀ ਦੀ ਸਮਝ ਹੋਵੇ, ਜੇ ਗੁਰੂ ਗ੍ਰੰਥ ਸਾਹਿਬ ਰੱਖਣ ਨਾਲ ਸਮਝ ਨਹੀਂ ਆਉਂਦੀ ਘਰ ਵਿੱਚ, ਠੀਕ ਹੈ, ਚੰਗੀ ਗੱਲ ਹੈ, ਰੱਖਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ। ਫਿਰ ਅਕਾਲੀ ਦਲ ਦਾ ਪ੍ਰਧਾਨ ਦਸਤਾਰ ਲਾ ਕੇ, ਕੇਸ ਖਿਲਾਰ ਕੇ, ਉਹਦੇ ਵਿੱਚ ਰੰਗ ਪਾ ਕੇ ਹੋਲੀ ਖੇਡਦੇ ਥੋੜਾ ਦੇਖੇ ਜਾਂਦੇ। ਅਕਾਲੀ ਦਲ ਦੇ ਪ੍ਰਧਾਨਾਂ ਦਾ ਬਹੁਤ ਵੱਡਾ ਰੁਤਬਾ ਹੈ। ਅਕਾਲੀ ਦਲ ਦੇ ਪ੍ਰਧਾਨ ਦਾ ਨਾਂ ਸੁਣ ਕੇ ਹੀ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰੀ ਕੌਮ ਇਹਦੇ ਪਿੱਛੇ ਖੜੀ। ਤੇ ਬੜੀਆਂ ਸਰਕਾਰਾਂ ਹਿਲਦੀਆਂ ਰਹੀਆਂ ਅਕਾਲੀ ਦਲ ਦੇ ਪ੍ਰਧਾਨਾਂ ਦੇ ਨਾਂ ਸੁਣ। ਤੇ ਅੱਜ ਜੋ ਪੋਜੀਸ਼ਨ ਹੈ ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਜਿਹੜੇ ਵਿਸ਼ੇਸ਼ਣਾਂ ਨਾਲ ਲੋਕ ਅਕਾਲੀ ਦਲ ਦੇ ਪ੍ਰਧਾਨ ਨੂੰ ਸੰਬੋਧਨ ਕਰਦੇ ਉਹ ਵੀ ਤੁਹਾਨੂੰ ਪਤਾ, ਮੈਨੂੰ ਵੀ ਪਤਾ। ਜੀ। ਔਰ ਸਾਹਿਬ ਸਿਰਫ ਅਕਾਲੀ ਦਲ ਬਾਦਲ ਹੀ ਕਿਉਂ ਇੰਨਾ ਤਾਕਤਵਰ ਹੈ? ਬਾਕੀ ਅਕਾਲੀ ਦਲ ਵੀ ਹੈਗੇ ਨੇ, ਉਹ ਕਿਉਂ ਨਹੀਂ ਇੰਨਾ ਤਾਕਤਵਰ ਹੋ ਸਕੇ ਹੁਣ ਤੱਕ? ਇਸ ਤਰ੍ਹਾਂ ਹੈ ਨਾ ਜੀ, ਜਿਹੜਾ ਅਕਾਲੀ ਦਲ ਬਜ਼ੁਰਗਾਂ ਨੇ ਸਿਰਜਿਆ ਸੀ ਉਹਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਬਾਦਲ ਪਰਿਵਾਰ ਨੇ। ਭਾਵਨਾ ਸਿੱਖਾਂ ਦੀ ਉੱਥੇ ਜੁੜੀ ਹੋਈ ਹੈ। ਜਿਹੜਾ ਅਕਾਲੀ ਦਲ ਪੰਥ ਦੀ ਖਾਤਰ ਜੂਝਦਾ ਸੀ, ਜਿਹੜਾ ਅਕਾਲੀ ਦਲ ਮੋਰਚੇ ਲਾਉਂਦਾ ਸੀ, ਪੰਜਾਬ ਦੇ ਹਿੱਤਾਂ ਦਾ ਪਹਿਰੇਦਾਰ ਸੀ, ਉਹਦੇ ਉੱਤੇ ਹੀ ਧੱਕੇ ਨਾਲ ਕਬਜ਼ਾ ਕਰ ਲਿਆ, ਆਪਣੇ ਸੋਰਸਿਸ ਦੇ ਨਾਲ ਕਬਜ਼ਾ ਕਰ ਲਿਆ। ਪੰਥਕ ਬੰਦਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਆਪ ਕਬਜ਼ਾ ਕਰ ਲਿਆ। ਤੇ ਨਤੀਜਾ ਕੀ ਹੋਇਆ? ਬਾਕੀ ਸਾਰਾ ਪੰਥ ਮਨਫੀ ਹੋ ਗਿਆ। ਜੇ ਅਕਾਲੀ ਦਲ ਦੇ ਅਹੁਦੇਦਾਰ ਬਣਨੇ ਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਨਵੀਨਰ, ਸਰਪ੍ਰਸਤ, ਸੁਖਬੀਰ ਸਿੰਘ ਬਾਦਲ ਪ੍ਰਧਾਨ, ਤੇ ਬਿਕਰਮ ਮਜੀਠੀਆ ਜਨਰਲ ਸੈਕਟਰੀ, ਤੇ ਉਹਨਾਂ ਦਾ ਜਿਹੜਾ ਦਾਮਾਦ ਹੈ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ। ਤੇ ਜੇ ਸਰਕਾਰ ਬਣਨੀ ਹੈ, ਬਾਦਲ ਸਾਹਿਬ ਮੁੱਖ ਮੰਤਰੀ, ਸੁਖਬੀਰ ਜੀ ਉਪ ਮੁੱਖ ਮੰਤਰੀ, ਮਜੀਠੀਆ ਵੀ ਮੰਤਰੀ, ਸਾਲਾ ਵੀ ਮੰਤਰੀ, ਭਣੋਈਆ ਵੀ ਮੰਤਰੀ, ਤੇ ਜਿਹੜੀ ਬੀਬੀ ਰਹਿ ਗਈ ਉਹ ਕੇਂਦਰ ਦੀ ਮੰਤਰੀ। ਜਿਹੜਾ ਰੋਸ ਪਿਛਲੇ ਸਮੇਂ ਦੇ ਵਿੱਚ ਢੀਂਡਸਾ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਨੇ ਜਾਂ ਬਾਕੀ ਸਿੰਘਾਂ ਨੇ ਜਿਤਾਇਆ, ਉਹਦਾ ਕਾਰਨ ਵੀ ਤਾਂ ਇਹੀ ਹੈ ਨਾ ਬਈ ਉਹਨਾਂ ਦੀ ਸੇਵਾ ਜਿਹੜੀ ਸੀ ਬੀਬੀ ਹਰਸਿਮਰਤ ਕੌਰ ਦੀ ਉਮਰ ਤੋਂ ਵੀ ਵੱਧ ਸੀ। ਉਹਨਾਂ ਨੂੰ ਡਿਸਕਾਰਡ ਕਰਕੇ ਤੇ ਇੱਕ ਮਤਲਬ ਜਿਹੜੀ ਬੀਬੀ ਪਰਿਵਾਰ ਦਾ ਹਿੱਸਾ ਵੀ ਬਾਅਦ ਚ ਬਣੀ, ਉਹਨੂੰ ਕੇਂਦਰ ਚ ਵਜ਼ੀਰ ਬਣਾਤਾ ਤੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਗਿਆ। ਇਹ ਮੈਰਿਟ ਨਹੀਂ ਦੇਖੀ ਜਾਂਦੀ। ਅੱਗੇ ਹੁੰਦਾ ਸੀ ਅਕਾਲੀ ਦਲ ਦੇ ਜਦੋਂ ਅਹੁਦੇਦਾਰ ਬਣਦੇ ਨਾ ਤੇ ਜ਼ਿਲ੍ਹਿਆਂ ਦੇ ਸਰਕਲ ਦੇ ਬੰਦਿਆਂ ਨੂੰ ਬਿਠਾ ਲਿਆ ਜਾਂਦਾ, ਦੱਸੋ ਬਈ ਕਿਹਨੂੰ ਬਣਾ ਦਈਏ, ਸਾਰਿਆਂ ਦੀ ਰਾਏ ਲੈ ਕੇ ਬਣਾਉਂਦੇ। ਹੁਣ ਕੋਈ ਪੁੱਛਦਾ? ਭਰਤੀਆਂ ਹੁੰਦੀਆਂ, ਭਰਤੀਆਂ ਦੇਖੀਆਂ ਜਾਂਦੀਆਂ, ਫਿਰ ਸਾਰੀਆਂ ਧਿਰਾਂ ਨੂੰ ਇਕੱਠੇ ਰੱਖਣ ਲਈ ਵੀ ਜਿਹਦੀ ਜ਼ਿਆਦਾ ਭਰਤੀ ਆ ਯਾਰ ਉਹਨੂੰ ਪ੍ਰਧਾਨ ਬਣਾ ਦਿੰਦੇ, ਦੂਜੇ ਨੂੰ ਜਨਰਲ ਸੈਕਟਰੀ ਬਣਾ ਦਿੰਦੇ। ਤੇ ਹੁਣ ਤਾਂ ਮੈਂ ਕੱਲ ਵੀ ਤੁਸੀਂ ਸੁਣਿਆ ਅਖਬਾਰਾਂ ਵਿੱਚ ਆਇਆ 77 ਬਣਾਤੇ ਜੀ PAC ਦੇ ਮੈਂਬਰ, 82 ਬਣਾਤੇ ਫਲਾਣੇ ਦੇ। ਕਿਸੇ ਨੇ ਕਿਸੇ ਨੂੰ ਪੁੱਛਿਆ ਉਹ ਤੋਂ ਚੁੱਪ ਕਰਕੇ ਜਿਹੜਾ ਤੁਗਲਕੀ ਹੁਕਮ ਹੈ ਹੋ ਗਿਆ। ਜਦੋਂ ਇਹ ਪਰਿਵਾਰਾਂ ਦੇ ਕਬਜ਼ੇ ਵਿੱਚ ਅਕਾਲੀ ਦਲ ਆ ਗਿਆ, ਅੱਜ ਸਮੱਸਿਆ ਇਹ ਆ ਵੀ ਅਕਾਲੀ ਦਲ ਦਾ ਪਰਿਵਾਰੀਕਰਨ ਵੀ ਹੋਇਆ, ਇਸ ਪਰਿਵਾਰ ਨੇ ਕੀਤਾ। ਅਕਾਲੀ ਦਲ ਦਾ ਵਪਾਰੀਕਰਨ ਵੀ ਹੋਇਆ ਤੇ ਅਕਾਲੀ ਦਲ ਨਹੀਂ ਰਹਿਣ ਦਿੱਤਾ। ਜਦੋਂ ਪਰਿਵਾਰ ਹਿੱਸੇ ਪਾ ਲੈਣ ਬਈ ਜੀ, ਵੱਡੇ ਪਰਿਵਾਰ ਨੇ ਵੱਡਾ ਹਿੱਸਾ ਲੈ ਲੈਣਾ, ਛੋਟੇ ਪਰਿਵਾਰ ਨੇ ਛੋਟਾ ਹਿੱਸਾ ਲੈ ਲੈਣਾ। ਜਿੱਥੋਂ ਇਹਨਾਂ ਦੇ ਇੱਕ ਬੰਦਾ MLA ਬਣ ਗਿਆ, ਵਜ਼ੀਰ ਬਣ ਗਿਆ, ਉਹਦੇ ਪੁੱਤਰ ਨੂੰ ਕਿਉਂ ਸੀਟ ਦੇ ਦਿੱਤੀ ਗਈ ਜਾਂ ਨੂੰਹਾਂ ਨੂੰ ਕਿਉਂ ਟਿਕਟਾਂ ਦੇ ਦਿੱਤੀਆਂ ਗਈਆਂ? ਇਹਦਾ ਮਤਲਬ ਅਕਾਲੀ ਦਲ ਤੇ ਹੋਰ ਕੋਈ ਕੰਮ ਨਹੀਂ ਕਰਦਾ ਬੰਦਾ।
ਕਿਤੇ ਭੂੰਦੜ ਸਾਹਿਬ ਦਾ ਮੁੰਡਾ ਬਣ ਗਿਆ, ਕਿਤੇ ਚੰਦੂ ਮਾਜਰਾ ਸਾਹਿਬ ਦਾ ਬਣ ਗਿਆ, ਕਿਤੇ ਢੀਂਡਸਾ ਸਾਹਿਬ ਦਾ ਬਣ ਗਿਆ, ਕਦੀ ਕਿਸੇ ਦਾ ਮੁੰਡਾ, ਕਦੀ ਕਿਸੇ ਦਾ ਮੁੰਡਾ। ਤੇ ਫਿਰ ਵਰਕਰ ਤਾਂ ਇਹਨਾਂ ਦੇ ਚੌਂਕੇ ਚੁੱਲ੍ਹੇ ਸਾਂਭਣ ਜੋਗੇ ਰਹਿ ਗਏ, ਉਹਨਾਂ ਦੀ ਤਾਂ ਵਾਰੀ ਕਦੇ ਵੀ ਨਹੀਂ ਹੋਣੀ। ਜਿਹੜੀਆਂ ਬਾਕੀ ਸਿੱਖ ਧਿਰਾਂ ਨੇ ਉਹਨਾਂ ਨੂੰ ਕਬੂਲ ਕਿਉਂ ਨਹੀਂ ਕੀਤਾ ਜਾ ਰਿਹਾ? ਸਿੱਖ ਸਫਾਂ ਦੇ ਵਿੱਚ ਬੜਾ ਜ਼ੋਰ ਤਾਂ ਲਾਇਆ ਜਾ ਰਿਹਾ, ਸਾਬਕਾ ਜਥੇਦਾਰ ਰਣਜੀਤ ਸਿੰਘ ਹੋ ਗਏ ਜਾਂ ਢੀਂਡਸਾ ਪਰਿਵਾਰ ਹੋ ਗਿਆ, ਬ੍ਰਹਮਪੁਰਾ ਹੋ ਗਿਆ, ਸਾਰਿਆਂ ਨੇ ਇੱਕ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਕਤ ਕਰਾਉਣ ਦੇ ਲਈ ਪੂਰਾ ਜ਼ੋਰ ਲਾਇਆ ਹੋਇਆ, ਪਰ ਕਬੂਲ ਕਿਉਂ ਨਹੀਂ ਕੀਤਾ ਜਾ ਰਿਹਾ ਲੋਕਾਂ ਵੱਲੋਂ? ਮੈਂ ਨਾ ਪਹਿਲਾਂ ਵੈਸੇ ਜਵਾਬ ਦੇ ਚੁੱਕਾ, ਮੈਂ ਫਿਰ ਉਹਨੂੰ ਕਲੀਅਰ ਕਰ ਦਿੰਦਾ। ਇਹਨਾਂ ਧਿਰਾਂ ਨੂੰ ਵੀ ਆਪਣਾ ਪੰਜਾਬ ਪ੍ਰਤੀ ਏਜੰਡਾ ਫਲੋਟ ਕਰਨਾ ਚਾਹੀਦਾ, ਪੰਥ ਪ੍ਰਤੀ ਏਜੰਡਾ ਵੀ ਫਲੋਟ ਕਰਨਾ ਚਾਹੀਦਾ। ਪੰਥ ਪ੍ਰਤੀ ਏਜੰਡਾ ਕੇਵਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਲੈਣਾ ਨਹੀਂ ਹੈ, ਪੰਥ ਦੀਆਂ ਹੋਰ ਬੜੀਆਂ ਲੋੜਾਂ। ਪੰਥ ਦੀਆਂ, ਜਿਹਦਾ ਮੈਂ ਜ਼ਿਕਰ ਕਰਕੇ ਹਟਿਆ, ਆਰਥਿਕ ਤੌਰ ਤੇ ਕਮਜ਼ੋਰ ਪੰਥ ਨੂੰ ਤਕੜਾ ਕਰਨ ਦੀ ਜ਼ਿੰਮੇਵਾਰੀ ਵੀ ਆਗੂਆਂ ਨੇ ਲੈਣੀ। ਪੰਥ ਨੂੰ ਚੰਗੀ ਵਿਦਿਆ ਦੇਣ ਦੀ ਜ਼ਿੰਮੇਵਾਰੀ ਵੀ ਰਾਜਨੀਤਿਕ ਪੰਥਕ ਜਥੇਬੰਦੀਆਂ ਨੇ ਲੈਣੀ। ਤੇ ਪੰਥ ਦੀ ਜਿਹੜੀ ਗਲੋਬਲ ਪੋਜੀਸ਼ਨ ਹੈ ਉਹਨੂੰ ਕਿਵੇਂ ਅਪਲਿਫਟ ਕਰਨਾ, ਇਹਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਲੈਣੀ। ਆਰਥਿਕ ਜ਼ਿੰਮੇਵਾਰੀਆਂ, ਸਮਾਜਿਕ ਜ਼ਿੰਮੇਵਾਰੀਆਂ, ਧਾਰਮਿਕ ਜ਼ਿੰਮੇਵਾਰੀਆਂ, ਇਹ ਕਿਵੇਂ ਆਜ਼ਾਦਾਨਾ ਤੌਰ ਤੇ ਪੰਥ ਮਨਾ ਸਕਦਾ, ਇਹਦੀ ਜ਼ਿੰਮੇਵਾਰੀ ਵੀ ਪੰਥ ਨੂੰ ਰਾਜਨੀਤਿਕ ਤੌਰ ਤੇ ਵਰਤਣ ਵਾਲਿਆਂ ਨੂੰ ਚੁੱਕਣੀ ਪੈਣੀ। ਔਰ ਦੂਜੇ ਪਾਸੇ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਵੱਡੀਆਂ ਕੁਰਸੀਆਂ ਦੇ ਉੱਤੇ ਪੰਥ ਨੂੰ ਕਿਵੇਂ ਬਿਠਾਲਿਆ ਜਾਣਾ, ਟੱਬਰਾਂ ਨੂੰ ਨਹੀਂ, ਪੰਥ ਨੂੰ। ਜਿਹੜੇ ਲੋਕ ਪੰਜਾਬ ਪ੍ਰਸਤ, ਪੰਥ ਪ੍ਰਸਤ ਨੇ, ਉਹਨਾਂ ਨੂੰ ਕਿਵੇਂ ਉਹਨਾਂ ਵੱਡੀਆਂ ਕੁਰਸੀਆਂ ਤੱਕ ਲੈ ਕੇ ਜਾਣਾ, ਜਿਹੜੇ ਪੰਜਾਬ ਪੱਖੀ ਤੇ ਪੰਥ ਪੱਖੀ ਫੈਸਲੇ ਲੈਣ, ਉਹ ਏਜੰਡਾ ਉਹਨਾਂ ਨੂੰ ਫਲੋਟ ਕਰਨਾ ਚਾਹੀਦਾ। ਜਿਹੜੀਆਂ ਗੱਲਾਂ ਕਰਕੇ ਬਾਦਲ ਪਰਿਵਾਰ ਫੇਲ ਹੋਇਆ, ਇੰਨਾ ਤਾਕਤਵਰ ਹੋਣ ਦੇ ਬਾਵਜੂਦ ਵੀ, ਸ਼੍ਰੋਮਣੀ ਕਮੇਟੀ ਵੀ ਉਹਨਾਂ ਦੀ ਜੇਬ ਵਿੱਚ, ਅਕਾਲ ਤਖਤ ਵੀ ਉਹਨਾਂ ਦੀ ਜੇਬ ਦੇ ਵਿੱਚ, ਅਕਾਲੀ ਦਲ ਵੀ ਉਹਨਾਂ ਦੀ ਜੇਬ ਦੇ ਵਿੱਚ, ਸਰਕਾਰ ਵੀ ਉਹਨਾਂ ਦੀ ਜੇਬ ਵਿੱਚ, ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜੇ ਉਹ ਫੇਲ ਹੋਇਆ, ਤੇ ਜਿਹੜੇ ਨਵੇਂ ਉੱਠ ਰਹੇ ਆ ਨਾ, ਜਿਹਨਾਂ ਨੂੰ ਨਵਾਂ ਚਾਅ ਹੈ, ਉਹਨਾਂ ਨੂੰ ਵੀ ਆਪਣਾ ਏਜੰਡਾ ਫਲੋਟ ਕਰਨਾ ਚਾਹੀਦਾ ਵੀ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਉਹ ਅਸੀਂ ਨਹੀਂ ਦੁਹਰਾਵਾਂਗੇ। ਅਸੀਂ ਪੰਥਕ ਸੰਸਥਾਵਾਂ ਦੀ ਆਜ਼ਾਦ ਹਸਤੀ, ਆਜ਼ਾਦ ਹੋਂਦ ਨੂੰ ਕਾਇਮ ਰੱਖਾਂਗੇ। ਅਸੀਂ ਪੰਥ ਦੀਆਂ ਜਿਹੜੀਆਂ ਮੰਗਾਂ ਪਈਆਂ ਉਹਨਾਂ ਦੇ ਉੱਤੇ ਗੌਰ ਕਰਾਂਗੇ। ਹੁਣ ਕੇਵਲ ਇੱਥੇ ਨਹੀਂ ਖੜ ਜਾਣੀ ਚਾਹੀਦੀ ਵੀ ਫਲਾਣੇ ਨੇ ਕੀਤਾ ਤਾਂ ਉਹਨੂੰ ਲਾ ਦਿਓ, ਅੱਜ ਮੈਂ ਉੱਤਰ ਕਾਟੋ ਮੈਂ ਚੜਾਂ, ਅੱਜ ਬਾਦਲਾਂ ਦਾ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਦੇ, ਕੱਲ ਨੂੰ ਕਿਸੇ ਹੋਰ ਦਾ ਹੋ ਜਾਵੇ। ਅੱਜ ਬਾਦਲਾਂ ਨੂੰ ਚੋਰ ਚੋਰ ਕਹਿੰਦੇ ਆ, ਕੱਲ ਨੂੰ ਦੂਜੇ ਬਾਦਲ ਉਹਨਾਂ ਨੂੰ ਚੋਰ ਚੋਰ ਕਹੀ ਜਾਣ। ਇਹ ਕੋਈ ਪੰਥ ਸਮੁੱਚਾ ਏਜੰਡਾ ਫਲੋਟ ਕਰਨਾ ਚਾਹੀਦਾ। ਫਿਰ ਦੂਸਰੀ ਗੱਲ ਇਹ ਆ ਵੀ ਪੰਥਕ ਸਿਆਸਤ ਤਾਂ ਵੈਸੇ ਹੁਣ ਰਹਿ ਨਹੀਂ ਗਈ, ਕਿਉਂਕਿ ਨਿਰੋਲ ਪੰਥਕ ਵੋਟਾਂ ਦੇ ਨਾਲ ਤਾਂ ਕੋਈ ਰਾਜ ਨਹੀਂ ਬਣ ਸਕਦਾ। ਤੇ ਉਹ ਜਿਹੜਾ ਸੈਕੂਲਰ ਵੋਟਿੰਗ ਆ, ਜਿਹੜੀ ਦੂਜੇ ਧਰਮਾਂ ਦੀ ਵੋਟ ਵੀ ਆ, ਦੂਜਿਆਂ ਫਿਰਕਿਆਂ ਦੀ ਕੌਮ ਵੀ ਲੈਣੀ ਪੈਂਦੀ ਹੈ, ਵੋਟ ਵੀ ਲੈਣੀ ਪੈਂਦੀ, ਉਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਹੀ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਜਾਣਾ ਚਾਹੀਦਾ। ਹਾਂ, ਇਹ ਜ਼ਰੂਰ ਹੈ, ਅਕਾਲੀ ਦਲ ਦਾ ਇੱਕ ਖਾਸਾ ਰਿਹਾ ਬੜਾ ਵੱਡਾ, ਜਿਹਨੂੰ ਤਬਦੀਲ ਕਰ ਦਿੱਤਾ ਗਿਆ। ਉਹ ਖਾਸਾ ਇਹ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਨਹੀਂ ਸੀ, ਉਹਦਾ ਪਾਰਟੀ ਦੇ ਉੱਤੇ ਕੁੰਡਾ ਰਹਿੰਦਾ ਸੀ। ਉਹ ਸੀ ਪੰਥ ਦੀ ਨੁਮਾਇੰਦਗੀ ਅਕਾਲੀ ਦਲ ਦਾ ਪ੍ਰਧਾਨ ਕਰਦਾ ਸੀ, ਤੇ ਰਾਜਨੀਤਿਕ ਨੁਮਾਇੰਦਗੀ ਜਿਹਨੂੰ ਪੰਥ ਚੁਣ ਲੈਂਦਾ ਵੀ ਆਹ ਮੁੱਖ ਮੰਤਰੀ ਹੋਏਗਾ, ਮੰਤਰੀ ਹੋਣਗੇ, ਉਹਦਾ ਫੈਸਲਾ ਅਕਾਲੀ ਦਲ ਕਰਦਾ ਸੀ। ਤੇ ਜਦੋਂ ਦਾ ਇਹ ਸਾਰਾ ਰਲਗੱਡ ਹੋ ਗਿਆ, ਇੱਕੋ ਪਰਿਵਾਰ ਦੇ ਹੱਥ ਵਿੱਚ ਸਭ ਕੁਝ ਆ ਗਿਆ, ਆਪੇ ਹੀ ਉਹਨਾਂ ਨੇ ਵਜ਼ੀਰ ਬਣਾਉਣੇ, ਆਪੇ ਹੀ MLA ਬਣਾਉਣੇ, ਆਪੇ ਹੀ MP ਬਣਾਉਣੇ, ਆਪੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣੇ, ਆਪੇ ਹੀ ਪ੍ਰਧਾਨ ਬਣਾਉਣੇ, ਆਪੇ ਹੀ ਲਾਉਣੇ, ਤੇ ਉਸ ਵੇਲੇ ਦਾ ਪੰਥ ਮੰਤਰੀ ਹੋ ਗਿਆ। ਅਕਾਲੀ ਦਲ ਦਾ ਪ੍ਰਧਾਨ ਅੱਜ ਵੀ ਆਜ਼ਾਦ ਹੋਣਾ ਚਾਹੀਦਾ, ਜਿਹਨੂੰ ਇਹ ਲਾਲਸਾ ਨਾ ਹੋਵੇ ਮੈਂ ਮੁੱਖ ਮੰਤਰੀ ਬਣਨਾ ਜਾਂ ਉਪ ਮੁੱਖ ਮੰਤਰੀ ਬਣਨਾ, ਜਾਂ ਮੇਰੇ ਟੱਬਰ ਚੋਂ ਕਿਸੇ ਨੇ ਵਜ਼ੀਰੀ ਲੈਣੀ। ਉਹ ਕੇਵਲ ਪੰਥ ਦੀ ਨੁਮਾਇੰਦਗੀ ਕਰੇ, ਤੇ ਜੇ ਗਲਤੀ ਉਹਦਾ ਬਣਾਇਆ ਮੁੱਖ ਮੰਤਰੀ ਵੀ ਕਰੇ, ਉਹਨੂੰ ਵੀ ਰੀਕਾਲ ਕਰਨ ਦੀ ਹਿੰਮਤ ਉਹਦੇ ਵਿੱਚ, ਫਿਰ ਪੰਥ ਬਚ ਸਕਦਾ, ਫਿਰ ਪੰਥਕ ਰਾਜਨੀਤੀ ਵੀ ਆ ਸਕਦੀ। ਬਿਲਕੁਲ ਬਿਲਕੁਲ, ਨਹੀਂ ਤੇ ਕੁਰਸੀਆਂ ਦੀ ਖੇਡ ਹੈ, ਕਿਸੇ ਨੇ ਗੋਟੀਆਂ ਕਿਤੇ ਫਿੱਟ ਕੀਤੀਆਂ, ਕਿਸੇ ਨੇ ਕਿਤੇ ਫਿੱਟ ਕੀਤੀਆਂ। ਬਿਲਕੁਲ, ਸ਼ੁਕਰੀਆ ਭੌਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ। ਬਹੁਤ ਮਿਹਰਬਾਨੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਸਰਦਾਰ ਸੁਖਦੇਵ ਸਿੰਘ ਭੌਰ ਸਾਹਿਬ। ਅਸੀਂ ਗੱਲਬਾਤ ਕੀਤੀ ਹੈ ਪੰਥਕ ਸਿਆਸਤ ਆਖਿਰਕਾਰ ਇੰਨਾ ਨਿਗਾਰ ਕਿਉਂ ਆਇਆ ਤੇ ਕਿਸ ਤਰ੍ਹਾਂ ਇਹ ਆਪਣੇ ਪੈਰਾਂ ਤੇ ਖੜ ਸਕਦੀ ਹੈ। ਤੁਸੀਂ ਆਪਣੇ ਵਿੱਚ ਕਮੈਂਟ ਜ਼ਰੂਰ ਕਰਿਓ। ਪੰਜਾਬੀਸਤਾਨ TV ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।